ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਗਗਨਦੀਪ ਸਿੰਘ ਅਨੰਦਪੁਰੀ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦਾ ਸ਼ੋਅ ਗੁੱਡ ਮਾਰਨਿੰਗ ਸੰਗਤ ਲਾਈਵ ਪ੍ਰੋਗਰਾਮ। ਇਹ ਸਾਡਾ ਰੋਜ਼ਾਨਾ ਦਾ ਪ੍ਰੋਗਰਾਮ ਹੁੰਦਾ ਹੈ ਤੇ ਜਿਹੜਾ ਸਾਡੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਜਿਹੜਾ ਇਸ ਪ੍ਰੋਗਰਾਮ ਦਾ ਜਿਹੜਾ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਹੈ ਤੇ ਹੁਣ ਉਹ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਕਿਉਂਕਿ ਅੱਜ ਜਿਹੜਾ ਹਫਤੇ ਦਾ ਪਹਿਲਾ ਦਿਨ ਹੈ ਯਾਨੀ ਸੋਮਵਾਰ ਹੈ। ਅੱਜ ਦੇ ਦਿਨ ਦੀ ਗੱਲ ਕਰੀਏ, ਅੱਜ ਦਾ ਦਿਨ ਸੋਮਵਾਰ 7 ਮਾਰਚ 2022 ਤੇ ਅਸੀਂ ਦੇਸੀ ਮਹੀਨੇ ਦੀ ਗੱਲ ਕਰੀਏ ਤਾਂ ਅੱਜ ਹੈਗੀ ਆ 27 ਫੱਗਣ ਨਾਨਕਸ਼ਾਹੀ 553 ਤੇ ਹੁਣ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜਿੱਦਾਂ ਸਾਰੇ ਸਾਡੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਤਾ ਹੀ ਹੁੰਦਾ ਹੈ ਕਿ ਅਸੀਂ ਜਿਹੜਾ ਆ ਸਿਹਤ ਸੰਬੰਧੀ ਹੈਲਥ ਟਿਪਸ ਲੈ ਕੇ ਆਉਂਦੇ ਹਾਂ ਤੇ ਦੂਸਰੀ ਗੱਲ ਜਿਹੜਾ ਆ ਦੇਸੀ ਨੁਸਖੇ ਜਿਨ੍ਹਾਂ ਨੂੰ ਅਸੀਂ ਘਰਾਂ ਦੇ ਵਿੱਚ ਅਪਣਾ ਕੇ ਛੋਟੀਆਂ ਮੋਟੀਆਂ ਬਿਮਾਰੀਆਂ ਦਾ ਜਿਹੜਾ ਆ ਅਸੀਂ ਹੱਲ ਕਰ ਸਕਦੇ ਹਾਂ। ਤੇ ਸਭ ਤੋਂ ਵੱਡੀ ਜਿਹੜੀ ਗੱਲ ਇਹ ਹੁੰਦੀ ਹੈ ਕਿ ਅਸੀਂ ਆਪਣੇ ਸਿਹਤ ਨੂੰ ਨਿਰੋਗ ਕਿਵੇਂ ਰੱਖਣਾ ਆ, ਉਸ ਨੂੰ ਤੰਦਰੁਸਤ ਕਿਵੇਂ ਰੱਖਣਾ ਆ, ਜਾਂ ਮਤਲਬ ਇਹ ਕਹਿ ਦਈਏ ਕਿ ਸਾਨੂੰ ਸਿਹਤ ਸੰਬੰਧੀ ਕੁਝ ਜ਼ਰੂਰੀ ਜਾਣਕਾਰੀਆਂ ਹੋਣਾ ਵੀ ਜ਼ਰੂਰੀਆਂ ਹੁੰਦੀਆਂ ਨੇ ਤੇ ਅਸੀਂ ਇੱਦਾਂ ਦੇ ਪ੍ਰੋਗਰਾਮ ਜਿਹੜੇ ਆ ਹਮੇਸ਼ਾ ਦੇਖਦੇ ਹਾਂ ਤੇ ਉਹਨਾਂ ਦੇ ਵਿੱਚੋਂ ਜਿਹੜੀਆਂ ਚੰਗੀਆਂ ਗੱਲਾਂ ਹੁੰਦੀਆਂ ਨੇ ਉਹ ਅਸੀਂ ਆਪਣੇ ਜੀਵਨ ਦੇ ਵਿੱਚ ਢਾਲਦੇ ਹਾਂ ਤਾਂ ਕਿ ਜਿਹੜਾ ਆ ਅਸੀਂ ਆਪਣੇ ਜੀਵਨ ਨੂੰ ਜਿਹੜਾ ਆ ਸੁਖਾਲਾ ਬਣਾ ਸਕੀਏ। ਤੇ ਦੂਸਰੀ ਗੱਲ ਮੈਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਸਾਡੇ ਪ੍ਰੋਗਰਾਮ ਦੇ ਵਿੱਚ ਹੈਲਥ ਟਿਪਸ ਹੁੰਦਾ ਹੈ ਜਾਂ ਦੇਸੀ ਨੁਸਖਿਆਂ ਦੀਆਂ ਕੁਝ ਵੀਡੀਓਜ਼ ਅਸੀਂ ਜਿਹੜੀਆਂ ਇਹ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਲੈ ਕੇ ਆਉਂਦੇ ਹਾਂ ਉਹ ਇਸੇ ਕਰਕੇ ਰਿਪੀਟ ਕਰੀਦੀਆਂ ਕਿ ਜੇ ਕਦੇ ਸਾਡੇ ਦਰਸ਼ਕ ਜਿਹੜੇ ਰੱਬ ਵਰਗੇ ਸਰੋਤੇ ਸਾਡੇ ਇਸ ਪ੍ਰੋਗਰਾਮ ਨੂੰ ਇੰਨਾ ਪਿਆਰ ਦਿੰਦੇ ਨੇ, ਜੇ ਉਹ ਕਦੇ ਨਾ ਕਦੇ ਇਸ ਪ੍ਰੋਗਰਾਮ ਨੂੰ ਮਿਸ ਕਰਦੇ ਨੇ ਜਾਂ ਮਤਲਬ ਉਹ ਨਹੀਂ ਦੇਖ ਪਾਉਂਦੇ ਤਾਂ ਇਹੀ ਜਿਹੜੇ ਦੇਸੀ ਨੁਸਖੇ ਜਿਹੜੇ ਆ ਉਹਨਾਂ ਦੇ ਜਿਹੜਾ ਹੈਲਥ ਟਿਪਸ ਹੈ ਜਾਂ ਇਹ ਕਹਿ ਲਈਏ ਕਿ ਦੁਬਾਰਾ ਉਹ ਦੇਖ ਸਕਣ। ਤੇ ਆਓ ਅਸੀਂ ਵੀਡੀਓ ਨੂੰ ਪਲੇ ਕਰਦੇ ਹਾਂ ਤੇ ਦੇਖਦੇ ਹਾਂ ਅੱਜ ਦੇ ਸਾਡੇ ਦੇਸੀ ਨੁਸਖੇ ਜਾਂ ਹੈਲਥ ਟਿਪਸ ਜਾਂ ਸਰੀਰਕ ਸੰਬੰਧੀ ਕਿਹੜੀ ਜਿਹੜੀ ਵੀਡੀਓ ਅੱਜ ਸਾਨੂੰ ਮਿਲਣ ਵਾਲੀ ਹੈ ਤੇ ਅਸੀਂ ਆਪਣੇ ਸਰੀਰ ਨੂੰ ਨਿਰੋਗ ਕਿਵੇਂ ਰੱਖ ਸਕਦੇ ਹਾਂ। ਇਸ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਹਰ ਕੋਈ ਬੰਦਾ ਆਪਣੇ ਸਰੀਰ ਨੂੰ ਤੰਦਰੁਸਤ ਅਤੇ ਨਿਰੋਗ ਰੱਖਣਾ ਚਾਹੁੰਦਾ ਆ, ਉਸ ਵਾਸਤੇ ਉਪਰਾਲੇ ਵੀ ਕਰਦਾ, ਚਾਹੇ ਉਹ ਸਵੇਰ ਦੀ ਸੈਰ ਹੋਵੇ, ਚਾਹੇ ਉਹ ਜਿਮ ਦੇ ਵਿੱਚ ਜਾ ਕੇ ਵਰਜਿਸ਼ ਕਰਦਾ ਹੋਵੇ। ਅਤੇ ਅਸੀਂ ਪਿੰਡਾਂ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਜਿਹੜੇ ਆ ਘੋਲ ਦੇ ਅਖਾੜੇ ਬਣੇ ਹੁੰਦੇ ਸੀਗੇ, ਉਹਦੇ ਵਿੱਚ ਵੀ ਜਿਹੜੇ ਆ ਪੁਰਾਤਨ ਲੋਕ ਜਿਹੜੇ ਆ ਮੁਦਗਤ ਫੇਰਦੇ ਹੁੰਦੇ ਸੀ, ਡੰਡ ਬੈਠਕਾਂ ਕੱਢਦੇ ਹੁੰਦੇ ਸੀ ਅਤੇ ਵਧੀਆ ਜਿਹੜਾ ਖਾਣਾ ਖਾਂਦੇ ਹੁੰਦੇ ਸੀ। ਪਰ ਅੱਜ ਇਸ ਟੈਕਨੋਲੋਜੀ ਦੇ ਯੁੱਗ ਦੇ ਵਿੱਚ, ਭੱਜ ਦੌੜ ਦੇ ਯੁੱਗ ਦੇ ਵਿੱਚ ਜਿਹੜਾ ਆ ਇਹ ਹੌਲੀ ਹੌਲੀ ਜਿਹੜਾ ਆ ਖੁੱਸਦਾ ਜਾ ਰਿਹਾ ਕਿਉਂਕਿ ਸਵੇਰੇ ਉੱਠਦੇ ਸਾਰ ਹੀ ਜਦੋਂ 9 'ਤੇ ਜਿਹੜਾ ਆ ਟਾਈਮ ਪੀਸ 'ਤੇ ਅਲਾਰਮ ਵੱਜਦਾ 9 ਵਜੇ ਦਾ, ਚਾਹੇ ਉਹ ਅਸੀਂ 8 ਵਜੇ ਦਾ ਕਹਿ ਸਕਦੇ ਹਾਂ, ਚਾਹੇ ਉਹ 9 ਵਜੇ ਦਾ ਕਹਿ ਸਕਦੇ ਹਾਂ। ਜਦੋਂ ਅਲਾਰਮ ਵੱਜਦਾ ਆ ਅਤੇ ਘੜੀ ਜਿਹੜੀ ਆ ਉਹ ਇਸ਼ਾਰਾ ਕਰਨ ਲੱਗ ਜਾਂਦੀ ਆ ਕਿ ਤੇਰੇ ਉੱਠਣ ਦਾ ਸਮਾਂ ਹੋ ਗਿਆ, ਫਟਾਫਟ ਤਿਆਰ ਹੋ, ਨਾਸ਼ਤਾ ਕਰ ਅਤੇ ਤੇਰੇ ਆਫਿਸ ਜਾਣ ਦਾ ਸਮਾਂ। ਚਾਹੇ ਬੱਚਿਆਂ ਦੀ ਗੱਲ ਕਰੀਏ, ਉਹਨਾਂ ਨੂੰ ਸਕੂਲ ਜਾਣ ਦਾ ਜਿਹੜਾ ਆ ਸਮਾਂ ਹੋ ਜਾਂਦਾ ਆ ਅਤੇ ਜਿਹੜੇ ਬਜ਼ੁਰਗ ਹੁੰਦੇ ਨੇ ਉਹਨਾਂ ਦੇ ਉੱਠਣ ਦਾ ਜਿਹੜਾ ਸਮਾਂ ਹੋ ਜਾਂਦਾ ਕਿ ਬੱਚਿਆਂ ਨੂੰ ਜਿਹੜਾ ਆ ਉਹਨਾਂ ਦੀ ਦੇਖਭਾਲ ਕਰਨੀ ਆ ਜਾਂ ਬੱਚਿਆਂ ਨੂੰ ਸਮਝਾਉਣਾ ਜਾਂ ਬੱਚਿਆਂ ਨੂੰ ਤਿਆਰ ਕਰਨ ਜਾਂ ਬੱਚਿਆਂ ਨੂੰ ਸਕੂਲ ਵੈਨ ਤੱਕ ਛੱਡ ਕੇ ਆਉਣ ਦਾ ਜਿਹੜਾ ਸਮਾਂ, ਇਸ ਤਰ੍ਹਾਂ ਦਾ ਜਿਹੜਾ ਆ ਸਾਡਾ ਰੋਜ਼ਾਨਾ ਬਤੀਤ ਹੁੰਦਾ ਆ। ਅਤੇ ਅਸੀਂ ਇਸ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਆਪਣੀ ਸਿਹਤ ਨੂੰ ਜਿਹੜਾ ਆ ਉਹ ਸਹੀ ਨਹੀਂ ਰੱਖ ਸਕਦੇ। ਸੋ ਆਓ ਜਿਹੜਾ ਆ ਸਾਡਾ ਪਹਿਲਾ ਹੈਲਥ ਟਿਪਸ ਦੇਸੀ ਨੁਸਖੇ ਸਿਹਤ ਸੰਬੰਧੀ ਦੇਖਦੇ ਹਾਂ ਵੀਡੀਓ ਅਤੇ ਫਿਰ ਕਰਦੇ ਹਾਂ ਉਸ ਵੀਡੀਓ ਬਾਰੇ ਵਿਚਾਰ। ਤੇ ਹੁਣ ਸੁਣੋ ਹੈਲਥ ਰਿਲੇਟਡ ਕੁਝ ਟਿਪਸ। ਅਕਸਰ ਲੋਕ ਚੱਕਰ ਆਉਣ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਂਦੇ। ਕਈ ਲੋਕ ਚੱਕਰ ਆਉਣਾ ਜਾਂ ਸਿਰ ਚਕਰਾਉਣ ਨੂੰ ਆਮ ਮੰਨਦੇ ਹਨ, ਪਰ ਅਜਿਹੀ ਸੋਚ ਰੱਖਣਾ ਗਲਤ ਹੈ। ਵਾਰ-ਵਾਰ ਸਿਰ ਚਕਰਾਉਣਾ, ਅੱਖਾਂ ਅੱਗੇ ਹਨੇਰਾ ਛਾ ਜਾਣਾ ਅਤੇ ਬੇਚੈਨੀ ਵਰਗੇ ਲੱਛਣ ਆਮ ਨਹੀਂ, ਸਗੋਂ ਇਸ ਗੱਲ ਵੱਲ ਸੰਕੇਤ ਦਿੰਦੇ ਹਨ ਕਿ ਸਾਡੇ ਸਰੀਰ ਦੀਆਂ ਕਿਰਿਆਵਾਂ ਵਿੱਚ ਕਿਤੇ ਨਾ ਕਿਤੇ ਗੜਬੜੀ ਹੈ। ਕੀ ਹੈ ਆਖਿਰ ਚੱਕਰ ਆਉਣਾ? ਜਦੋਂ ਵੀ ਕਿਸੇ ਨੂੰ ਚੱਕਰ ਆਉਂਦਾ ਹੈ ਤਾਂ ਉਸ ਦਾ ਸਿਰ ਘੁੰਮਣ ਲੱਗਦਾ ਹੈ, ਕਦੇ-ਕਦੇ ਅੱਖਾਂ ਦੇ ਅੱਗੇ ਹਨੇਰਾ ਛਾ ਜਾਂਦਾ ਹੈ ਤਾਂ ਕਦੇ ਬੇਚੈਨੀ ਤੋਂ ਬਾਅਦ ਚੱਕਰ ਜਿਹਾ ਮਹਿਸੂਸ ਹੁੰਦਾ ਹੈ। ਇਸ ਦੌਰਾਨ ਮਨੁੱਖ ਨੂੰ ਇੱਕ ਅਵਸਥਾ 'ਚ ਖੜੇ ਜਾਂ ਬੈਠੇ ਰਹਿਣ ਵਿੱਚ ਪਰੇਸ਼ਾਨੀ ਹੋਣ ਲੱਗਦੀ ਹੈ। ਸਧਾਰਨ ਤੌਰ ਤੇ ਲੋਕ ਚੱਕਰ ਆਉਣ ਨੂੰ ਬਹੁਤਾ ਸੀਰੀਅਸ ਨਹੀਂ ਲੈਂਦੇ। ਉਹਨਾਂ ਨੂੰ ਲੱਗਦਾ ਹੈ ਕਿ ਸਿਰ ਦਰਦ ਜਾਂ ਕਮਜ਼ੋਰੀ ਦੀ ਵਜ੍ਹਾ ਨਾਲ ਅਜਿਹਾ ਹੋ ਰਿਹਾ ਹੈ। ਇਸ ਦੇ ਕਾਰਨ ਬਾਰੇ ਤੁਹਾਨੂੰ ਦੱਸਦੇ ਹਾਂ। ਚੱਕਰ ਆਉਣ ਦੇ ਕਦੇ ਨਾਰਮਲ ਤਾਂ ਕਦੇ ਗੰਭੀਰ ਕਾਰਨ ਹੋ ਸਕਦੇ ਹਨ। ਨਾਰਮਲ ਕਾਰਨਾਂ ਵਿੱਚ ਸਿਰ ਦਰਦ, ਗਲਾ, ਕੰਨ, ਅੱਖ, ਨਰਵਸ ਸਿਸਟਮ, ਬਲੱਡ ਪ੍ਰੈਸ਼ਰ, ਸਰੀਰ 'ਚ ਪਾਣੀ ਜਾਂ ਖੂਨ ਦੀ ਕਮੀ, ਮਾਈਗ੍ਰੇਨ ਅਤੇ ਥਕਾਵਟ ਦੀ ਵਜ੍ਹਾ ਨਾਲ ਚੱਕਰ ਆਉਂਦੇ ਹਨ, ਜੋ ਜ਼ਿਆਦਾ ਗੰਭੀਰ ਨਹੀਂ ਹੁੰਦੇ। ਪਰ ਕਈ ਵਾਰ ਸਿਰ ਵਿੱਚ ਗੰਭੀਰ ਸੱਟ ਲੱਗਣਾ, ਕੰਨ ਵਿੱਚ ਵਾਇਰਲ ਇਨਫੈਕਸ਼ਨ ਹੋਣਾ, ਅਨੀਮੀਆ, ਦਵਾਈਆਂ ਜਾਂ ਉਲਟ ਪ੍ਰਭਾਵ ਜਾਂ ਕਿਸੇ ਅੰਦਰੂਨੀ ਬਿਮਾਰੀ ਦੇ ਕਾਰਨ ਅਜਿਹਾ ਹੋ ਸਕਦਾ ਹੈ। ਇਸ ਦੇ ਬਚਾਅ ਬਾਰੇ ਗੱਲ ਕਰੀਏ ਤਾਂ ਡਾਕਟਰਾਂ ਦੇ ਮੁਤਾਬਕ ਜੇਕਰ ਤੁਹਾਨੂੰ ਚੱਕਰ ਮਹਿਸੂਸ ਹੋ ਰਿਹਾ ਹੈ ਤਾਂ ਇੱਕ ਜਗ੍ਹਾ ਖੜੇ ਨਾ ਰਹੋ, ਕਿਤੇ ਬੈਠੋ ਜਾਂ ਲੇਟ ਜਾਓ।
ਕਿਸੇ ਵੀ ਕੰਮ ਨੂੰ ਹੌਲੀ-ਹੌਲੀ ਕਰੋ। ਸਿਰ ਨੂੰ ਤੇਜ਼ੀ ਨਾਲ ਘੁਮਾਉਣ ਤੋਂ ਬਚੋ। ਘਬਰਾਓ ਨਾ, ਤਣਾਅ ਘੱਟ ਲਓ। ਤੰਬਾਕੂ, ਸ਼ਰਾਬ ਜਾਂ ਕੈਫੀਨ ਦਾ ਇਸਤੇਮਾਲ ਨਾ ਕਰੋ। ਕਿਸੇ ਉੱਚੀ ਥਾਂ ਤੇ ਜਾਣ ਤੋਂ ਬਚੋ। ਯਾਤਰਾ ਕਰਨ ਤੋਂ ਬਚੋ। ਬਲੱਡ ਪ੍ਰੈਸ਼ਰ ਚੈੱਕ ਕਰਵਾਓ। ਅੱਖ ਅਤੇ ਕੰਨ ਦੀ ਜਾਂਚ ਕਰਵਾਓ ਤੇ ਵੱਧ ਤੋਂ ਵੱਧ ਆਰਾਮ ਕਰੋ। ਤੇ ਤੁਹਾਨੂੰ ਲੱਛਣਾਂ ਬਾਰੇ ਦੱਸ ਦਈਏ। ਹਲਕਾ ਸਿਰ ਦਰਦ ਤੇ ਬੇਹੋਸ਼ੀ, ਬੈਠਣ ਤੇ ਖੜੇ ਹੋਣ 'ਚ ਪਰੇਸ਼ਾਨੀ, ਸਰੀਰ ਤੋਂ ਕੰਟਰੋਲ ਗਵਾਉਣਾ, ਅੱਗੇ ਤੇ ਪਿੱਛੇ ਵੱਲ ਡਿੱਗਣ ਵਰਗਾ ਮਹਿਸੂਸ ਹੋਣਾ, ਤੇਜ਼ ਬੁਖਾਰ ਤੇ ਛਾਤੀ 'ਚ ਦਰਦ, ਸੁਣਨ ਤੇ ਬੋਲਣ 'ਚ ਤਕਲੀਫ। ਅਸੀਂ ਇਸ ਹੈਲਥ ਟਿਪਸ ਦੇ ਵਿੱਚ ਦੇਖਿਆ ਕਿ ਜਿਹੜਾ ਆ ਸਾਡੇ ਸਿਹਤ ਸੰਬੰਧੀ ਜਿਵੇਂ ਚੱਕਰ ਆਉਣ ਦੀ ਗੱਲ ਕੀਤੀ ਗਈ ਆ, ਤੇ ਅਸੀਂ ਜਿਹੜਾ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਜੇ ਇਨਸਾਨ ਨੂੰ ਮਾਈਗ੍ਰੇਨ ਦੀ ਪ੍ਰੋਬਲਮ ਹੋਵੇ, ਚੱਕਰ ਉਸਦੇ ਨਾਲ ਵੀ ਆ ਸਕਦੇ ਨੇ, ਜਾਂ ਪੇਟ ਦੇ ਵਿੱਚ ਗੈਸ ਬਣੀ ਹੋਵੇ, ਚੱਕਰ ਉਸਦੇ ਨਾਲ ਵੀ ਜਿਹੜੇ ਨੇ ਉਹ ਆ ਸਕਦੇ ਨੇ। ਸਾਡੇ ਸੌਣ ਦੀ ਜਿਹੜੀ ਸਥਿਤੀ ਉਹ ਵੀ ਜਿਹੜੀ ਆ ਸਹੀ ਨਹੀਂ ਹੋ ਸਕਦੀ, ਉਹਦੇ ਕਰਕੇ ਵੀ ਜਿਹੜੇ ਆ ਚੱਕਰ ਜਾਂ ਹਲਕਾ ਹਲਕਾ ਸਿਰ ਦੁਖਦਾ ਰਹਿੰਦਾ ਆ। ਤੇ ਇਹ ਵੀ ਕਹਿ ਸਕਦੇ ਹਾਂ ਕਿ ਮਤਲਬ ਜਿਹੜਾ ਚੱਕਰ ਆਉਣ ਦੇ ਕਈ ਕਾਰਨ ਹੋ ਸਕਦੇ ਨੇ। ਸਾਨੂੰ ਦੇਖਣਾ ਪਏਗਾ ਕਿ ਸਾਨੂੰ ਚੱਕਰ ਕਿਸ ਵਜ੍ਹਾ ਦੇ ਨਾਲ ਆ ਰਹੇ ਨੇ। ਪੇਟ ਦੇ ਵਿੱਚ ਪ੍ਰੋਬਲਮ ਹੋਵੇ ਤਾਂ ਉਹ ਕਈ ਬਿਮਾਰੀਆਂ ਨੂੰ ਜਿਹੜਾ ਆ ਉਹ ਜਨਮ ਦਿੰਦਾ ਆ, ਤੇ ਉਹੀ ਬਿਮਾਰੀਆਂ ਵੱਧ ਕੇ ਅੱਗੇ ਵੱਡੇ ਰੋਗ ਬਣ ਜਾਂਦੇ ਨੇ। ਤੇ ਸਾਨੂੰ ਸਾਡਾ ਖਾਣ ਪੀਣ, ਸਾਡੇ ਸੌਣ ਦਾ ਤਰੀਕਾ, ਜਾਂ ਇਹ ਕਹਿ ਸਕਦੇ ਹਾਂ ਕਿ ਸਾਨੂੰ ਜਿਹੜੀ ਆ ਹਲਕੀਆਂ ਫੁਲਕੀਆਂ ਜਿਹੜੀਆਂ ਨੇ ਕਿਰਿਆਵਾਂ ਕਰਦੇ ਰਹਿਣਾ ਚਾਹੀਦਾ ਆ, ਤਾਂ ਕਿ ਜਿਹੜਾ ਸਾਡੇ ਪੇਟ ਦੇ ਵਿੱਚ ਪਿਆ ਖਾਣਾ ਉਹ ਹਜਮ ਹੋ ਸਕੇ। ਤੇ ਜਿਹੜਾ ਆ ਸਾਨੂੰ ਪੇਟ ਤੋਂ ਹੋਣ ਵਾਲੀਆਂ ਬਿਮਾਰੀਆਂ, ਪੇਟ ਦੇ ਵਿੱਚ ਗੈਸ ਬਣਨ ਵਾਲੀ ਜਿਹੜੀ ਗੈਸ ਸਿੱਧੀ ਜਿਹੜੀ ਆ ਦਿਮਾਗ ਨੂੰ ਜਿਹੜੀ ਪਕੜਦੀ ਆ, ਤੇ ਜਿਹਦੇ ਨਾਲ ਬਲੱਡ ਪ੍ਰੈਸ਼ਰ ਵੀ ਵੱਧਦਾ ਆ, ਤੇ ਜਿਹਦੇ ਨਾਲ ਜਿਹੜੀ ਆ ਚੱਕਰ ਆਉਣ ਦੀਆਂ ਕਿਰਿਆਵਾਂ ਵੀ ਜਿਹੜੀਆਂ ਨੇ ਉਹ ਬਾਡੀ ਦੇ ਵਿੱਚ ਜਿਹੜੀਆਂ ਲਗਾਤਾਰ ਜਿਹੜੀਆਂ ਹੋਣ ਲੱਗ ਜਾਂਦੀਆਂ ਨੇ। ਹਲਕਾ ਹਲਕਾ ਸਿਰ ਦਰਦ ਰਹਿਣ ਲੱਗ ਜਾਂਦਾ ਆ, ਤੇ ਇੱਥੋਂ ਤੱਕ ਕਿ ਜਿਹੜਾ ਆ ਬਲੱਡ ਪ੍ਰੈਸ਼ਰ ਜਿਹੜਾ ਆ ਉਹ ਵੀ ਵਧਣ ਲੱਗ ਜਾਂਦਾ ਆ। ਕੁਛ ਇਸ ਤਰ੍ਹਾਂ ਦਾ ਜਿਹੜਾ ਆ ਉਹ ਡਾਕਟਰਾਂ ਦਾ ਮੰਨਣਾ ਆ। ਤੇ ਆਓ ਅਸੀਂ ਹੁਣ ਗੱਲਬਾਤ ਕਰਦੇ ਹਾਂ ਸਾਡੇ ਅਗਲੇ ਪ੍ਰੋਗਰਾਮ ਦੀ। ਅਗਲੇ ਪ੍ਰੋਗਰਾਮ ਦੇ ਵਿੱਚ ਤੇ ਮੈਂ ਸ਼ੁਰੂਆਤ ਕਰੂੰਗਾ ਆਪਣੀ ਸਾਥੀ ਰੂਹੀ ਗਰੋਵਰ ਜੀ ਦੇ ਨਾਲ, ਤੇ ਅਸੀਂ ਵਧਾਂਗੇ ਹੁਣ ਇਤਿਹਾਸ ਵੱਲ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਗੁੱਡ ਮਾਰਨਿੰਗ ਸੰਗਤ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਹੈ। ਤੇ ਹਮੇਸ਼ਾ ਵਾਂਗ ਜਦੋਂ ਅਸੀਂ ਇੱਕ ਆਪਣੀ ਜੋ ਵਿਊਅਰਸ ਹੈ ਉਹਨਾਂ ਨੂੰ ਰਿਕੁਐਸਟ ਕਰਦੇ, ਇੱਕ ਅਪੀਲ ਕਰਦੇ ਕਿ ਜਿਹੜੇ ਸਾਡੇ ਦਰਸ਼ਕ ਇੱਥੇ ਸਾਡੇ ਨਾਲ ਪ੍ਰੋਗਰਾਮ ਵਿੱਚ ਲਾਈਵ ਜੁੜਨਾ ਚਾਹੁੰਦੇ ਨੇ, ਆਪਣੇ ਕੋਈ ਵਿਚਾਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਨੇ, ਆਪਣੇ ਕੋਈ ਸਵਾਲ ਪੁੱਛਣਾ ਚਾਹੁੰਦੇ ਨੇ, ਕੋਈ ਇਨਫੋਰਮੇਸ਼ਨ ਦੇਣਾ ਚਾਹੁੰਦੇ ਨੇ, ਜਾਂ ਫਿਰ ਕੋਈ ਇਹੋ ਜਿਹੀ ਇਨਫੋਰਮੇਸ਼ਨ ਜੋ ਸਾਡੇ ਤੋਂ ਮਿਸ ਹੋ ਗਈ ਉਸ ਨੂੰ ਕੰਪਲੀਟ ਕਰਨਾ ਚਾਹੁੰਦੇ ਨੇ, ਤਾਂ ਅਸੀਂ ਥੱਲੇ ਸਕਰੀਨ ਦੇ ਨੰਬਰ ਦਿੱਤੇ ਹੋਏ ਨੇ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਜੀ ਗਗਨ ਜੀ, ਤੇ ਹੁਣ ਅੱਗੇ ਵਧਦੇ ਅਸੀਂ ਇਤਿਹਾਸ ਵੱਲ। ਹਾਂਜੀ ਬਿਲਕੁਲ ਜੀ। ਸਾਡਾ ਜੋ ਅੱਜ ਦਾ ਇਤਿਹਾਸ ਦਾ ਵਿਸ਼ਾ ਆ ਉਹ ਹੈ ਸੇਵਾ। ਚਾਹੇ ਉਹ ਕਿਸੇ ਵੀ ਧਰਮ ਵਿੱਚ ਕੀਤੀ ਜਾਵੇ, ਸੇਵਾ ਦਾ ਕੀ ਮਹੱਤਵ ਹੈ, ਉਸ ਦਾ ਕੀ ਲਾਭ ਹੈ, ਉਸ ਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ ਆ, ਜਾਂ ਕਿਵੇਂ ਦੀ ਸੇਵਾ ਹੋਣੀ ਚਾਹੀਦੀ ਆ। ਗੁਰਬਾਣੀ 'ਚ ਸਾਨੂੰ ਅਨੇਕਾਂ ਤਰ੍ਹਾਂ ਦੇ ਜਿਹੜਾ ਆ ਜਿਹੜੇ ਨੇ ਕਲੂ ਮਿਲਦੇ ਨੇ, ਜਾਂ ਇਹ ਕਹਿ ਸਕਦੇ ਹਾਂ ਕਿ ਅਨੇਕਾਂ ਤਰ੍ਹਾਂ ਦੇ ਜਿਹੜੇ ਆ ਗੁਰਬਾਣੀ ਦੇ ਵਿੱਚ ਪੰਕਤੀਆਂ ਸਾਨੂੰ ਮਿਲਦੀਆਂ ਨੇ ਕਿ ਸਾਡੇ ਗੁਰੂ ਸਾਹਿਬਾਂ ਨੇ ਕਿੱਦਾਂ ਦੀ ਸੇਵਾ ਜਿਹੜੀ ਆ ਉਹ ਪ੍ਰਵਾਨ ਕੀਤੀ ਆ, ਅਕਾਲ ਪੁਰਖ ਦੇ ਅੱਗੇ ਕਿੱਦਾਂ ਦੀ ਜਿਹੜੀ ਆ ਉਹ ਸੇਵਾ ਪ੍ਰਵਾਨ ਹੁੰਦੀ ਆ। ਸਾ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ। ਇਸ ਤਰ੍ਹਾਂ ਦੀਆਂ ਜਿਹੜੀਆਂ ਪੰਕਤੀਆਂ ਨੇ, ਜੇ ਸਤਿਗੁਰ ਭਾਵੇ, ਅਕਾਲ ਪੁਰਖ ਭਾਵੇ, ਤਾਂ ਸੇਵਾ ਉਹੀ ਮੰਨੀ ਆ। ਜੇ ਅਸੀਂ ਕਹੀਏ ਕਿ ਰੂਹੀ ਜੀ ਅਸੀਂ ਕਿਸੇ ਨੂੰ ਕੁਝ ਖਵਾ ਦਈਏ ਤੇ ਉਸ ਤੋਂ ਬਾਅਦ ਚੋਂ ਕਹੀਏ ਕਿ ਜੇ ਮੈਂ ਨਾ ਹੁੰਦਾ ਤਾਂ ਇਹ ਬੰਦਾ ਅੱਜ ਭੁੱਖਾ ਹੀ ਰਹਿੰਦਾ। ਤੇ ਜਿਸ ਤਰ੍ਹਾਂ ਅਸੀਂ ਇਬਰਾਹਿਮ ਦੀ ਵੀ ਗੱਲ ਕੀਤੀ ਸੀ ਪਿਛਲੇ ਪ੍ਰੋਗਰਾਮ ਦੇ ਵਿੱਚ, ਉਸਨੇ ਇੱਕ ਗਰੀਬ ਜਿਹੜਾ ਆ ਬਜ਼ੁਰਗ ਨੂੰ ਖਾਣਾ ਖਵਾਇਆ, ਇਬਰਾਹਿਮ ਤੇ ਅੱਲਾ ਦੀ। ਹਾਂਜੀ ਹਾਂਜੀ। ਤੇ ਉਸਨੇ ਬਜ਼ੁਰਗ ਨੂੰ ਖਾਣਾ ਖਵਾਇਆ ਤੇ ਉਸ ਤੋਂ ਬਾਅਦ ਚੋਂ ਉਹਦਾ ਸ਼ੁਕਰਾਨਾ ਕਰਨ ਲਈ ਕਿਹਾ। ਤੇ ਇਸ ਦਾ ਮਤਲਬ ਕਿਤੇ ਨਾ ਕਿਤੇ ਮਨ ਦੇ ਵਿੱਚ ਹੋਮਾ ਜ਼ਰੂਰ ਹੋਏਗੀ ਉਹਦੇ ਕਿ ਮੈਂ ਇਸ ਨੂੰ ਜਿਹੜਾ ਖਾਣਾ ਖਵਾਇਆ, ਜਾਂ ਮੈਂ ਸੇਵਾ ਕੀਤੀ ਆ, ਜਾਂ ਇਸ ਤਰ੍ਹਾਂ ਦਾ। ਸਾਡੇ ਮਨ ਦੇ ਵਿੱਚ ਖਿਨ ਮਾਤਰ ਵੀ, ਇੱਕ ਖਿਨ ਵੀ ਜਿਹੜਾ ਆ ਇਹ ਮਨ ਦੇ ਵਿੱਚ ਨਹੀਂ ਆਉਣਾ ਚਾਹੀਦਾ ਕਿ ਮੈਂ ਸੇਵਾ ਕੀਤੀ ਆ, ਜਾਂ ਮੈਂ ਸੇਵਾ ਕਰਨ ਜਾ ਰਿਹਾ, ਜਾਂ ਮੈਂ ਸੇਵਾ ਕਰ ਰਿਹਾ, ਜਾਂ ਮੈਂ ਸੇਵਾ ਕਰਾਂਗਾ। ਇੱਕ ਹਿੰਦੀ ਦੀ ਕਹਾਵਤ ਹੈ ਰੂਹੀ ਜੀ, ਨੇਕੀ ਕਰ ਦਰਿਆ ਮੇਂ ਡਾਲ। ਜੇ ਅਸੀਂ ਕੁਛ ਵੀ ਦਰਿਆ ਦੇ ਵਿੱਚ ਚੀਜ਼ ਸੁੱਟਦੇ ਆ, ਭਾਵ ਉੱਥੋਂ ਮਿਲਣਾ ਨਾਮੁਮਕਿਨ ਹੈ। ਹਾਂ, ਕਈ ਤਰੀਕਿਆਂ ਦੇ ਨਾਲ ਬੰਦਾ ਲੱਭ ਸਕਦਾ ਆ, ਪਰ ਉਹਦੇ ਵਾਸਤੇ ਬਹੁਤ ਮੁਸ਼ੱਕਤ ਕਰਨੀ ਪੈਣੀ ਆ। ਮੈਨੂੰ ਨਹੀਂ ਲੱਗਦਾ ਜੇ ਦਰਿਆ ਦੇ ਵਿੱਚ ਆਪਾਂ ਕੋਈ ਚੀਜ਼ ਸੁੱਟਦੇ ਹੋਈਏ ਤਾਂ ਜਿਹੜਾ ਆ ਉਹ ਮਿਲਦੀ ਹੋਵੇ। ਪਰ ਇਸ ਟਾਈਮ ਤੇ ਕੋਈ ਵਿਰਲਾ ਹੀ ਇਹੋ ਜਿਹੀ ਸੋਚ ਰੱਖਦਾ ਹੋਏਗਾ ਹੁਣ ਤੇ। ਬਿਲਕੁਲ ਜੀ, ਬਿਲਕੁਲ। ਤੇ ਇਸੇ ਕਰਕੇ ਜਿਹੜਾ ਆ ਸਿੱਖ ਪੰਥ ਦੇ ਵਿੱਚ ਜਾਂ ਸਿੱਖ ਕੌਮ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਸੇਵਾ ਨੂੰ ਇੱਕ ਬਹੁਤ ਹੀ ਵੱਡਾ ਉੱਚਾ ਦਰਜਾ ਵੀ ਦਿੱਤਾ ਗਿਆ ਆ, ਤੇ ਇਸ ਨੂੰ ਬੜੀ ਸੁਹਿਰਦਤਾ ਦੇ ਨਾਲ ਜਿਹੜਾ ਆ ਕੀਤਾ ਜਾਂਦਾ ਆ। ਤੇ ਆਓ ਅਸੀਂ ਹੁਣ ਗੱਲਬਾਤ ਕਰਦੇ ਆ ਅੱਜ ਦੇ ਸਾਡੇ ਇਸ ਹੀ ਜਿਹੜਾ ਆ ਵਿਸ਼ੇ ਨੂੰ ਅੱਗੇ ਵਧਾਉਂਦੇ ਆ, ਤੇ ਇਸ ਨੂੰ ਜਿਹੜਾ ਆ ਖੋਲ ਕੇ ਵਿਚਾਰ ਕਰਦੇ ਆ। ਜੀ, ਸਮਾਜ ਵਿੱਚ ਸੇਵਾ ਇੱਕ ਮਹੱਤਵਪੂਰਨ ਕਰਮ ਹੈ, ਖਾਸ ਕਰਕੇ ਸਿੱਖ ਧਰਮ ਨਾਲ ਇਸ ਦਾ ਅਹਿਮ ਰਿਸ਼ਤਾ ਹੈ।
ਪੰਜਾਬ ਵਿੱਚ ਦੋ ਹੀ ਧਰਮ ਸੀ, ਇੱਕ ਹਿੰਦੂ ਧਰਮ ਤੇ ਦੂਸਰਾ ਮੁਸਲਮਾਨ ਧਰਮ। ਹਿੰਦੂ ਧਰਮ ਵਿੱਚ ਜ਼ੋਰ ਸੀ ਤਾਂ ਸਿਰਫ ਬ੍ਰਾਹਮਣਵਾਦ ਦਾ, ਜਿਸ ਨੇ ਸਿਰਫ ਵਰਣ ਵੰਡ ਤੇ ਬਸ ਨਹੀਂ ਕੀਤੀ। ਅੱਗੋਂ ਜਾਤਾਂ ਦੀ ਵੰਡ ਕਰਕੇ ਹਿੰਦੂ ਸਮਾਜ ਨੂੰ ਟੋਟੇ-ਟੋਟੇ ਕਰ ਦਿੱਤਾ। ਹਿੰਦੂ ਸਮਾਜ ਨੂੰ 4 ਭਾਗਾਂ ਵਿੱਚ ਵੰਡ ਦਿੱਤਾ: ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਬ੍ਰਾਹਮਣਾਂ ਦਾ ਕੰਮ ਸੀ ਵੇਦਾਂ ਦਾ ਅਧਿਐਨ, ਧਾਰਮਿਕ ਰਸਮਾਂ ਤੇ ਕਰਮਕਾਂਡਾਂ ਨੂੰ ਕਰਾਉਣਾ, ਯੱਗ ਕਰਾਉਣੇ ਤੇ ਭੇਟਾਂ ਤੇ ਇਨਾਮ ਪ੍ਰਵਾਨ ਕਰਨੇ। ਬ੍ਰਾਹਮਣ ਧਰਤੀ ਤੇ ਰਹਿਣ ਵਾਲੇ ਦੇਵਤਾ ਮੰਨੇ ਜਾਂਦੇ ਸੀ। ਉਹਨਾਂ ਦੇ ਅਧਿਕਾਰ ਇਤਨੇ ਪਵਿੱਤਰ ਸੀ ਕਿ ਸਮਾਂ ਪਾ ਕੇ ਉਹ ਦੂਜਿਆਂ ਨੂੰ ਲੁੱਟਣ, ਆਪਣੇ ਐਸ਼ ਆਰਾਮ ਦੀ ਜ਼ਿੰਦਗੀ ਬਤੀਤ ਕਰਨ ਤੇ ਆਪਣੇ ਆਪ ਨੂੰ ਮਾਲਾ ਮਾਲ ਕਰਨ ਲਈ ਆਜ਼ਾਦ ਹੋ ਗਏ। ਖੱਤਰੀਆਂ ਨੂੰ ਆਪਣੇ ਰਾਜ ਭਾਗ ਤੇ ਆਪਣੀਆਂ ਹੱਦਾਂ ਤੇ ਸਰਹੱਦਾਂ ਦੀ ਰਖਵਾਲੀ ਕਰਨ ਤੋਂ ਫੁਰਸਤ ਨਹੀਂ ਸੀ ਮਿਲਦੀ। ਵਪਾਰ ਦਾ ਕੰਮ ਵੈਸ਼ਾਂ ਦਾ ਸੀ। ਇਹਨਾਂ ਤਿੰਨਾਂ ਵਰਗਾਂ ਦੀ ਸੇਵਾ ਕਰਨਾ, ਉਹ ਵੀ ਬਿਨਾਂ ਕਿਸੇ ਨਾ ਨੁੱਕਰ ਤੇ ਹਿਚਕਿਚਾਹਟ ਦੇ, ਸ਼ੂਦਰਾਂ ਦਾ ਕੰਮ ਸੀ। ਹਾਕਮ ਵਰਗ ਸ਼ੂਦਰਾਂ ਤੋਂ ਸੇਵਾ ਕਰਾਉਣਾ ਆਪਣਾ ਹੱਕ ਸਮਝਦੇ ਸੀ, ਪਰ ਸ਼ੂਦਰਾਂ ਦੇ ਹਿੱਸੇ ਕੋਈ ਹੱਕ ਨਹੀਂ ਸੀ ਆਇਆ, ਚਾਕਰੀ ਤੋਂ ਇਲਾਵਾ ਕੋਈ ਹੱਕ ਨਹੀਂ ਸੀ ਆਇਆ ਜੀ। ਇਹ ਤਾਂ ਅਸੀਂ ਜਾਣਦੇ ਹਾਂ। ਤੇ ਉਹਨਾਂ ਦਾ ਕੰਮ ਸੀ ਸਿਰਫ ਸੇਵਾ ਤੇ ਸੇਵਾ ਕਰਨਾ, ਉਹ ਵੀ ਬਿਨਾਂ ਕਿਸੇ ਹਿਲਜੁਲ ਦੇ ਜੀ। ਬਿਲਕੁਲ ਜੀ। ਅਛੂਤਾਂ ਦਾ ਇਹੀ ਹਾਲ ਸੀ ਕਿ ਇਹਨਾਂ ਜਾਤਾਂ ਨੂੰ ਛੂ ਕੇ ਵੀ ਇਨਸਾਨ ਅਪਵਿੱਤਰ ਹੋ ਜਾਂਦਾ ਸੀ। ਐਦਾਂ ਦੀ ਸੋਚ ਰੱਖੀ ਜਾਂਦੀ ਸੀ। ਜੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਸੀਗੀ ਤਾਂ ਜੇ ਉਹਨਾਂ ਦੇ ਨਾਲ ਕੋਈ ਰਾਬਤਾ ਕਾਇਮ ਕੀਤਾ ਜਾਂਦਾ ਸੀਗਾ ਜਾਂ ਉਹਨਾਂ ਦੇ ਨਾਲ ਕੋਈ ਸਾਂਝ ਪਾਈ ਜਾਂਦੀ ਸੀ, ਉਹਨਾਂ ਨੂੰ ਅਪਵਿੱਤਰ ਜਿਹੜਾ ਆ ਉਹ ਸਮਝਿਆ ਜਾਂਦਾ ਸੀ। ਇਸੇ ਤਰ੍ਹਾਂ ਦੀ ਕੁਝ ਜਿਹੜੀ ਸੋਚ ਸੀਗੀ ਉਹ ਪਿਛਲੇ ਸਮੇਂ ਦੇ ਵਿੱਚ ਜਿਹੜੀ ਆ ਉਹ ਮੰਨੀ ਜਾਂਦੀ ਸੀ। ਇਹ ਮੈਂ ਕੁਝ ਸਾਲ 2 ਸਾਲ ਦੀ ਗੱਲ ਨਹੀਂ ਕਰ ਰਿਹਾ, ਇਹ ਮੈਂ ਪੁਰਾਣੇ ਸਮੇਂ ਦੀ ਆਰੀਆ ਸਮਾਜੀ ਜਿਹੜਾ ਸਮਾਂ ਸੀਗਾ ਉਸ ਸਮੇਂ ਦੀ ਜਿਹੜੀ ਆ ਸਨਾਤਨ ਜਿਹੜਾ ਆ ਸਮਾਂ ਸੀਗਾ, ਉਸ ਸਮੇਂ ਦੀ ਜਿਹੜੀ ਆ ਉਹ ਗੱਲ ਕਰਦਾ, ਜਦੋਂ ਇਸ ਜਗਤ ਨੂੰ ਕਹਿ ਸਕਦੇ ਹਾਂ ਕਿ ਇਸ ਸੰਸਾਰ ਨੂੰ ਜਾਤਾਂ ਵਰਨਾਂ ਦੇ ਹਿਸਾਬ ਨਾਲ ਦੇਖਿਆ ਜਾਂਦਾ ਸੀ। ਤੇ ਗੁਰਬਾਣੀ ਦੇ ਵਿੱਚ ਵੀ ਜਿਹੜਾ ਆ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜਿਹੜਾ ਆ ਸਵੇਰ ਦਾ ਜਿਹੜਾ ਨਿਤਨੇਮ ਆ ਉਹਦੇ ਵਿੱਚ ਇੱਕ ਬਾਣੀ ਆ ਜਾਪ ਸਾਹਿਬ ਦੇ ਵਿੱਚ ਵੀ ਜਿਹੜਾ ਆ ਵਰਣਨ ਕੀਤਾ ਆ ਜਾਤ ਪਾਤ ਵੀ। ਅੱਗੇ ਜਾਤਾਂ ਤਾਂ ਸੀਗੀਆਂ, ਅੱਗੇ ਉਹਨਾਂ ਦਾ ਦੀਆਂ ਜਿਹੜੀਆਂ ਸੀਗੀਆਂ ਉਹ ਪਾਤਾਂ ਵੀ ਸੀ। ਅੱਗੇ ਇਹ ਕੰਮ ਇੱਥੇ ਜਾਤਾਂ ਤੱਕ ਨਹੀਂ ਰੁਕਿਆ ਕਿ ਸਿਰਫ ਉਹ ਖੱਤਰੀ ਦੇ ਨਾਲ ਸੀ, ਸ਼ੂਦਰ ਸੀ, ਵੈਸ਼ ਸੀ। ਅੱਗੇ ਵੀ ਉਹਨਾਂ ਦੇ ਜਿਹੜੇ ਨੇ ਉਹਨਾਂ ਦਾ ਵਰਗੀਕਰਨ ਜਿਹੜਾ ਆ ਉਹ ਕਰ ਦਿੱਤਾ ਸੀਗਾ। ਤੇ ਇਸੇ ਕਰਕੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਪਰਮਾਤਮਾ ਨੂੰ ਕਿਹਾ ਕਿ ਉਹਨੇ ਕਿਸੇ ਵੀ ਜਾਤ ਨੂੰ ਨਹੀਂ ਬਣਾਇਆ, ਉਹ ਕਿਸੇ ਵੀ ਜਾਤ ਦਾ ਇੱਕ ਜਾਤ ਦਾ ਨਹੀਂ ਹੈ, ਉਹ ਹਰ ਇੱਕ ਇਨਸਾਨ ਦੇ ਵਿੱਚ ਜਿਹੜਾ ਆ ਉਹ ਰਮਿਆ ਹੋਇਆ ਆ, ਉਹ ਰਾਮ ਹੈ। ਜੇ ਅਸੀਂ ਅਯੋਧਿਆ ਦੇ ਰਾਜੇ ਰਾਮ ਦੀ ਗੱਲ ਕਰੀਏ ਤਾਂ ਉਹ ਗੱਲ ਅਲੱਗ ਹੈ। ਰਾਮ ਜਿਹੜਾ ਆ ਉਹ ਪਰਮਾਤਮਾ, ਉਹ ਅਕਾਲ ਪੁਰਖ ਹੈ ਜਿਹੜਾ ਰਮਿਆ ਹੋਇਆ। ਸਾਨੂੰ ਇਹ ਸਮਝ ਲੈਣਾ ਚਾਹੀਦਾ ਆ, ਰਾਮ ਕਹਿਣ ਮੈਂ ਭੇਦ ਹੈ। ਜਿਹੜਾ ਰਾਮ ਕਹਿਣ 'ਚ ਤੁਹਾਡੇ ਭੇਦ ਜ਼ਰੂਰ ਹੋ ਸਕਦਾ ਆ। ਤੁਸੀਂ ਕਿਸ ਰਾਮ ਨੂੰ ਯਾਦ ਕਰਦੇ ਹੋ? ਜੇ ਤਾਂ ਤੁਸੀਂ ਦਸ਼ਰਥ ਦੇ ਪੁੱਤਰ ਰਾਜੇ ਰਾਮ ਦੀ ਗੱਲ ਕਰਦੇ ਹੋ ਤਾਂ ਫਿਰ ਉਹ ਇੱਕ ਅਯੋਧਿਆ ਦਾ ਰਾਜਾ ਆ। ਜੇ ਤੁਸੀਂ ਰਾਮ ਦੀ ਗੱਲ ਕਰਦੇ ਹੋ ਤਾਂ ਫਿਰ ਉਹ ਜਿਹੜਾ ਆ ਉਹ ਰਮਿਆ ਹੋਇਆ ਪਰਮਾਤਮਾ ਸਰਬ ਸ਼ਕਤੀਮਾਨ ਤੇ ਅਕਾਲ ਪੁਰਖ ਹੈ ਜੀ। ਸੰਗਤ ਲਾਈਵ 'ਚ ਤੁਹਾਡਾ ਸਵਾਗਤ ਹੈ। ਆਪਣਾ ਨਾਮ ਦੱਸੋ ਜੀ। ਬੀਬਾ ਗਰੋਵਰ ਜੀ, ਤੁਹਾਨੂੰ ਤੇ ਗਗਨਦੀਪ ਸਿੰਘ ਜੀ, ਤੁਹਾਨੂੰ, ਤੁਹਾਡੇ ਸਟਾਫ ਨੂੰ, ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭੋਗਲ ਸਾਹਿਬ, ਕੀ ਹਾਲ ਚਾਲ ਹੈ? ਆਪਣੇ ਬੀਬਾ ਗਰੋਵਰ ਜੀ, ਹਾਲ ਚਾਲ ਤੇ ਵੈਸੇ ਮਨ ਕਰਕੇ ਤੇ ਮੈਂ ਚੜ੍ਹਦੀ ਕਲਾ 'ਚ ਰਹਿਣਾ, ਪਰ ਚਲੋ ਸਰੀਰਕ ਦੁੱਖ ਸੁੱਖ ਤੇ ਆਉਂਦੇ ਰਹਿੰਦੇ ਨੇ। ਤੁਸੀਂ ਹੁਣੇ ਗੱਲ ਕੀਤੀ ਸੀ, ਜੇ ਚੱਕਰਾਂ ਦੀ ਗੱਲ ਕੀਤੀ ਸੀ ਤਾਂ ਆਪਾਂ ਜਿਹੜਾ ਟਿਪ ਦਿੱਤਾ ਤੁਸੀਂ ਸਵੇਰੇ, ਹਾਂਜੀ, ਤੇ ਗਗਨਦੀਪ ਸਿੰਘ ਜੀ, ਮੈਂ ਤਾਂ ਹਾਜ਼ਰੀ ਭਰੀ ਆ ਕਿ ਮੇਰੇ ਦਿਮਾਗ ਚੋਂ ਗੱਲ ਨਿਕਲ ਨਾ ਜਾਏ ਕਿ ਅਸੀਂ ਤੇ ਸਰੀਰ ਦੇ ਜਿਹੜੇ ਚੱਕਰ ਆਉਂਦੇ ਨੇ ਉਹਨਾਂ ਦੀ ਗੱਲ ਕਰਦੇ ਆ, ਪਰ ਆ ਜਿਹੜੇ ਦੁਨਿਆਵੀ ਚੱਕਰ ਨੇ, ਸਿਆਸੀ ਚੱਕਰ ਨੇ, ਰਾਜਨੀਤਿਕ ਚੱਕਰ ਨੇ, ਉਹਨਾਂ ਨੇ ਤੇ ਵੈਸੇ ਮੱਤ ਮਾਰੀ ਹੋਈ ਲੋਕਾਂ ਦੀ। ਬਿਲਕੁਲ ਜੀ, ਉਹਦੇ ਵਾਸਤੇ ਕੋਈ ਘਰੇਲੂ ਨੁਸਖੇ ਨਹੀਂ ਹੈਗੇ ਜੀ। ਹਾਂਜੀ ਬਿਲਕੁਲ। ਤੇ ਤੁਸੀਂ ਵੀ ਹੁਣ ਜਿਹੜੀ ਬੀਬਾ ਗਰੋਵਰ ਜੀ ਗੱਲ ਸ਼ੁਰੂ ਕੀਤੀ ਸੀਗੀ ਨਾ, ਤੇ ਉਹ ਵੀ ਠੀਕ ਆ ਭਈ, ਜਿਹੜੇ ਉੱਥੇ ਕਰਮ ਕਾਂਡ ਨੇ, ਛੂਤ ਜਾਂ ਬ੍ਰਾਹਮਣ ਨੇ ਕਿ ਕਿਹੜੇ ਚੱਕਰ ਪਾਏ ਹੋ, ਚੱਕਰ ਅੱਜ ਤੱਕ ਉਹਨਾਂ ਚੱਕਰਾਂ 'ਚ ਕੋਈ ਨਿਕਲ ਨਹੀਂ ਸਕਿਆ। ਤੁਸੀਂ ਵੀ ਇਹੋ ਗੱਲ ਕੀਤੀ ਸੀ। ਮੈਂ ਟੈਲੀਫੋਨ ਤਾਂ ਜਲਦੀ ਕਰਤਾ, ਮੇਰੇ ਕਿਸੇ ਦੋਸਤ ਮਿੱਤਰ ਦਾ ਟੈਲੀਫੋਨ ਨਾ ਮੈਨੂੰ ਆ ਜਾਏ। ਤੇ ਮੈਂ ਜਦੋਂ ਤੁਹਾਡੀ ਆ ਗੱਲ ਸੁਣੀ ਆ ਚੱਕਰਾਂ ਦੀ, ਤੇ ਮੈਂ ਆਪਣੇ ਗਗਨਦੀਪ ਸਿੰਘ ਜੀ, ਫਿਰ ਮੈਂ ਕੋਈ ਨਾ ਕੋਈ ਗੱਲ ਸਾਂਝੀ ਕਰਨੀ ਚਾਹੁੰਦਾ ਹੁੰਨਾ ਤੇ ਜੇਕਰ ਅਸੀਂ ਜਿਹੜਾ ਜੋ ਕਰਨਾ ਸੀ ਉਹ ਤੇ ਕੀਤਾ ਹੀ ਨਹੀਂ ਅਸੀਂ। ਬਿਲਕੁਲ ਜੀ।
ਜੋ ਬਾਕੀ ਸਭ ਕੁਝ ਕੀਤਾ। ਜੇ ਸਾਡੇ ਕੋਲ ਕੋਠੀਆਂ ਭਾਰਤ ਵਿੱਚ ਨਹੀਂ, ਅਸੀਂ ਬਾਹਰ ਚਲੇ ਗਏ, ਐਜੂਕੇਸ਼ਨ ਨਹੀਂ ਉੱਥੇ ਤੇ ਬਾਹਰ ਚਲੇ ਗਏ, ਮਕਾਨ ਸੋਹਣੇ ਲੈ ਲਏ, ਕਾਰਾਂ ਸੋਹਣੀਆਂ ਲੈ ਲਈਆਂ, ਸਭ ਕੁਝ ਸੋਹਣਾ ਲੈ ਲਿਆ, ਪਰ ਜੋ ਕਰਨਾ ਸੀ ਉਹ ਤੇ ਕੀਤਾ ਹੀ ਨਹੀਂ। ਬਿਲਕੁਲ ਜੀ ਭੋਗਲ ਸਾਹਿਬ, ਸਾਨੂੰ ਗੁਰੂ ਤੇਗ ਬਹਾਦਰ ਜੀ ਬਾਣੀ ਦੇ ਵਿੱਚ ਵੀ ਕਹਿੰਦੇ ਨੇ ਪ੍ਰੇਮ ਕੀਓ ਤਿੰਨ ਹੀ ਪ੍ਰਪਾਇਓ। ਬਿਲਕੁਲ ਜੀ ਬਿਲਕੁਲ। ਪ੍ਰੇਮ ਤੇ ਕਦੇ ਕੀਤਾ ਹੀ ਨਹੀਂ। ਨਫ਼ਰਤ ਦੀਆਂ ਘਟਾਂ ਚੜੀਆਂ ਰਹਿਣੀਆਂ ਚਾਰ ਚੁਫੇਰੇ। ਬਿਲਕੁਲ ਜੀ ਬਿਲਕੁਲ। ਤੁਸੀਂ ਚਾਹੇ ਕੋਈ ਮੀਡੀਆ ਸੁਣ ਲਓ, ਚਾਹੇ ਕੋਈ ਪੱਤਰਕਾਰ ਦੀ ਗੱਲ ਸੁਣ ਲਓ, ਚਾਹੇ ਆਮ ਲੋਕਾਂ ਦੀ ਗੱਲ ਸੁਣ ਲਓ, ਤੁਸੀਂ ਚੱਕਰਾਂ ਦੀ ਗੱਲ ਕਰਦੇ ਤਾਂ ਮੈਂ ਕੀਤਾ। ਮੈਂ ਕਿਹਾ ਯਾਰ ਚੱਕਰ ਆ ਦੁਨਿਆਵੀ ਚੱਕਰਾਂ ਨੇ ਤੇ ਵੈਸੇ ਮੱਤ ਮਾਰੀ ਹੋਈ ਦੁਨੀਆ ਦੀ। ਬਿਲਕੁਲ ਜੀ ਬਿਲਕੁਲ। ਸਰੀਰਕ ਚੱਕਰ ਹੋਣ ਤਾਂ ਸ਼ਾਇਦ ਅੱਧੇ ਘੰਟੇ ਬਾਅਦ ਠੀਕ ਵੀ ਹੋ ਜਾਂਦੇ ਨੇ, ਪਰ ਜਿਹੜਾ 84 ਦਾ ਚੱਕਰ ਹੈ, 84 ਦਾ ਗੇੜ ਹੈ ਜਿਹੜਾ, ਇਹ ਚੱਕਰ ਚਲੋ ਖਤਮ ਨਹੀਂ ਹੋਣ ਵਾਲਾ ਜਿੰਨਾ ਚੱਕਰ ਅਸੀਂ ਪਰਮਾਤਮਾ ਦੀ ਕੋਈ ਸੌਂਫ ਦੀ ਚਾਹ ਪੀ ਲਓ, ਕੋਈ ਠੀਕ ਹੋ ਜਾਂਦਾ। ਪਰ ਆ ਜਿਹੜੇ ਦੁਨਿਆਵੀ ਚੱਕਰ ਨੇ, ਸਮਾਜਿਕ ਚੱਕਰ ਨੇ, ਇਹਨਾਂ ਨੇ ਤੇ ਜੀਣਾ ਹਰਾਮ ਕਰ ਦਿੱਤਾ ਲੋਕਾਂ ਦਾ। ਬਿਲਕੁਲ ਜੀ ਬਿਲਕੁਲ। ਤੇ ਮੈਂ ਇੱਕ ਜਦੋਂ ਇਦਾਂ ਦਾ ਖਿਆਲ ਆਉਂਦਾ ਵੀ 2-4 ਲਾਈਨਾਂ ਮੈਂ ਲਿਖ ਦੇਣਾ ਹੁੰਨਾ। ਮੈਂ ਬੇਨਤੀ ਕਰਨਾ ਚਾਹੁੰਦਾ ਸਣੇ ਆਪਣੇ ਆਪ ਨੂੰ ਵੀ ਸੱਚੇ ਜੋ ਕਰਨਾ ਸੀ ਉਹ ਕਰੋ, ਉਹ ਤੁਸੀਂ ਨਹੀਂ ਕਰਦੇ। ਉਹ ਸੀਗਾ ਵੀ ਪ੍ਰਮਾਤਮਾ ਨੂੰ ਯਾਦ ਰੱਖਣਾ, ਉਹਨੂੰ ਅਸੀਂ ਚਿੰਤਾ ਜ਼ਿਆਦਾ ਕਰਦੇ, ਉਹਦਾ ਚਿੰਤਨ ਤੇ ਕਰਦੇ ਹੀ ਨਹੀਂ। ਬਿਲਕੁਲ ਜੀ। ਤੇ ਲਓ ਮੈਂ ਗਗਨਦੀਪ ਸਿੰਘ 2-4 ਲਾਈਨਾਂ ਬੋਲਾਂ ਵੀ ਕੀ ਹੋ ਗਿਆ ਚੰਦਰੀ ਦੁਨੀਆ ਨੂੰ। ਵਾਹਿਗੁਰੂ। ਗਗਨਦੀਪ ਸਿੰਘ ਜੀ, ਬੀਬਾ ਗਰੋਵਰ ਜੀ, ਤੁਹਾਨੂੰ ਇਹਨਾਂ ਲਾਈਨਾਂ ਵਿੱਚੋਂ ਕੁਝ ਚੰਗੀ ਗੱਲ ਨਾ ਲੱਗੇ ਜਾਂ ਠੀਕ ਨਾ ਲੱਗੇ, ਬੇਸ਼ੱਕ ਕਮੈਂਟ ਕਰ ਦਿਓ। ਨਹੀਂ ਜੀ, ਦੇਖੋ ਚੰਗੀ ਗੱਲ ਨਾ ਲੱਗਣੀ ਜਾਂ ਬੁਰੀ ਗੱਲ ਨਾ ਲੱਗਣੀ, ਦੇਖੋ ਚੰਗੇ ਨੂੰ ਚੰਗਾ ਤਾਂ ਹਰ ਕੋਈ ਕਹਿੰਦਾ, ਠੀਕ ਹੈ ਨਹੀਂ। ਬਹੁਤ ਧੰਨਵਾਦ ਤੁਹਾਡਾ। ਸਾਡਾ ਇੱਥੇ ਪ੍ਰੋਗਰਾਮ ਲਿਖਣ ਦਾ ਮਸਲਾ ਹੀ ਇਹ ਹੈ ਜੀ ਕਿ ਅਸੀਂ ਚੰਗੇ ਨੂੰ ਚੰਗਾ ਕਹਿ ਸਕੀਏ। ਆਪਣਾ ਪ੍ਰੋਗਰਾਮ ਹੈ, ਇਹਨੂੰ ਸੋਹਣਾ ਬਣਾਈਏ, ਹੋਰ ਵੀ ਸੋਹਣਾ ਬਣਾਈਏ, ਇੱਕ ਦੂਜੇ ਕੋਲੋਂ ਸਿੱਖਣਾ ਅਸੀਂ। ਕੀ ਹੋ ਗਿਆ ਚੰਦਰੀ ਦੁਨੀਆ ਨੂੰ, ਕੋਈ ਸਾਦਕ ਬੇਲੀ ਯਾਰ ਨਹੀਂ, ਓਏ ਲੱਖ ਪੈਰਾਂ ਹੇਠ ਵਿਛਾਈਏ ਅੱਖਾਂ, ਪਰ ਪਿਆਰ ਦਾ ਬਦਲਾ ਪਿਆਰ ਨਹੀਂ। ਗੁਰ ਪੀਰਾਂ ਦਾ ਆਦਰ ਮਾਣ ਹੈ ਭੁੱਲਿਆ, ਗੁਰ ਪੀਰਾਂ ਦਾ ਆਦਰ ਮਾਣ ਹੈ ਭੁੱਲਿਆ, ਕੋਈ ਸੋਚ ਪੱਖੋਂ ਸਚਿਆਰ ਨਹੀਂ, ਬਾਹਰੋਂ ਖੁਸ਼ੀਆਂ ਖੇੜੇ ਝਲਕਣ, ਪਰ ਅੰਦਰੋਂ ਕੋਈ ਸੰਸਕਾਰ ਨਹੀਂ। ਬਿਲਕੁਲ ਜੀ ਬਿਲਕੁਲ। ਗੁਰ ਪੀਰਾਂ ਦਾ ਆਦਰ ਮਾਣ ਹੈ ਭੁੱਲਿਆ, ਕੋਈ ਸੋਚ ਪੱਖੋਂ ਸਚਿਆਰ ਨਹੀਂ, ਬਾਹਰੋਂ ਖੁਸ਼ੀਆਂ ਖੇੜੇ ਝਲਕਣ, ਪਰ ਅੰਦਰੋਂ ਕੋਈ ਸਰਸ਼ਾਰ ਨਹੀਂ। ਬਈ ਕਹਿਣੀ ਕਸਨੀ ਬੜੀ ਕਮਾਲ ਦੀ ਹੁੰਦੀ, ਕਹਿਣੀ ਕਸਨੀ ਬੜੀ ਕਮਾਲ ਦੀ ਹੁੰਦੀ, ਪਰ ਕਰਨੀ ਵਿੱਚ ਕੋਈ ਭਾਰ ਨਹੀਂ, ਬਾਹਰੋਂ ਕਹਿਰਾਂ ਦੇ ਕਿਰਪਾਲੂ ਦੇਸੇ, ਪਰ ਅੰਦਰੋਂ ਕਿਰਪਾ ਧਾਰ ਨਹੀਂ। ਬਿਲਕੁਲ ਜੀ ਬਿਲਕੁਲ। ਬਹੁਤ ਸ਼ੁਕਰੀਆ ਗਗਨਦੀਪ ਸਿੰਘ ਜੀ। ਬਈ ਲੋਕਾਂ ਦੇ ਵਿੱਚ ਦਾਤੇ ਦਾਨੀ ਬਣਦੇ, ਰੋਜ਼ ਦੇਖ ਕੇ ਅਸੀਂ ਪਤਾ ਨਹੀਂ ਕਿਹੜੇ ਲਫ਼ਜ਼ ਵਰਤੀਏ। ਬਿਲਕੁਲ ਜੀ ਬਿਲਕੁਲ। ਲੋਕਾਂ ਦੇ ਵਿੱਚ ਦਾਤੇ ਦਾਨੀ ਬਣਦੇ, ਤੁਰ ਹਿਰਦੇ ਪੁੰਨ ਦੀ ਸਾਰ ਨਹੀਂ, ਬਾਹਰੋਂ ਨਿਰੇ ਪਿਆਰ ਦੇ ਪੁਤਲੇ, ਪਰ ਅੰਦਰੋਂ ਠੰਡੇ ਠਾਰ ਨਹੀਂ। ਬਿਲਕੁਲ ਜੀ ਬਿਲਕੁਲ। ਆਖਰੀ 2-4 ਲਾਈਨਾਂ ਨੇ ਜੀ, ਵੀ ਸੱਚ ਦੀ ਚਾਰ ਚੁਫੇਰੇ ਚਰਚਾ ਹੁੰਦੀ, ਸੱਚ ਦੀ ਚਾਰ ਚੁਫੇਰੇ ਚਰਚਾ ਹੁੰਦੀ, ਕੋਈ ਸੱਚ ਦਾ ਪਹਿਰੇਦਾਰ ਨਹੀਂ, ਓਏ ਮੋਇਆਂ ਪਿੱਛੋਂ ਮੱਥੇ ਟੇਕਣ, ਜਿਉਂਦਿਆਂ ਦਾ ਸਤਿਕਾਰ ਨਹੀਂ ਜੀ। ਬਈ ਮਾਇਆ ਦੀ ਸਭ ਕਰਨ ਗੁਲਾਮੀ, ਬੀਬਾ ਗਰੋਵਰ ਜੀ ਆਖਰੀ ਜੋ ਪੰਕਤੀਆਂ ਨੇ, ਲਾਈਨਾਂ ਨੇ, ਮਾਇਆ ਦੀ ਸਭ ਕਰਨ ਗੁਲਾਮੀ, ਇੱਕ ਦੂਜੇ ਤੇ ਇਤਬਾਰ ਨਹੀਂ, ਓਏ ਤੂੰ ਭੁੱਲਣ ਦਾ ਆਦੀ ਭੋਗਲ, ਲੋਕਾਂ ਚਿੱਤ ਚੇਤੇ ਕਰਤਾਰ ਨਹੀਂ, ਓਏ ਤੂੰ ਭੁੱਲਣ ਦਾ ਆਦੀ ਭੋਗਲ, ਲੋਕਾਂ ਚਿੱਤ ਚੇਤੇ ਕਰਤਾਰ ਨਹੀਂ। ਯਾਰੋ ਲੋਕਾਂ ਚਿੱਤ ਚੇਤੇ ਕਰਤਾਰ ਨਹੀਂ। ਗਗਨਦੀਪ ਸਿੰਘ ਜੀ, ਜੇ ਲੋਕਾਂ ਨੂੰ ਚੇਤੇ ਕਰਤਾਰ ਹੁੰਦਾ ਤਾਂ ਦੁਨੀਆ ਦਾ ਆ ਹਾਲ ਹੋਣਾ ਹੀ ਨਹੀਂ ਸੀਗਾ। ਬਿਲਕੁਲ ਜੀ ਬਿਲਕੁਲ ਬਿਲਕੁਲ ਜੀ। ਅਸੀਂ ਉਹਨੂੰ ਭੁੱਲ ਗਏ ਆ, ਅਸੀਂ ਉਹਨੂੰ ਕਰਤਾਰ, ਜਿਹਨੂੰ ਚੇਤੇ ਕਰਨਾ ਸੀ ਉਹਨੂੰ ਚੇਤੇ ਕਰਦੇ ਨਹੀਂ, ਤੇ ਬਾਕੀ ਜਿਹੜੇ ਚੇਤੇ ਨਹੀਂ ਕਰਨੇ ਉਹਨਾਂ ਨੂੰ ਚੇਤੇ ਕਰਦੇ ਆ, ਰੋਜ਼ ਕਰਦੇ ਆ। ਤੇ ਆਹ ਦੁਨੀਆ ਦਾ ਹਾਲ ਦੇਖ ਲਓ ਤੁਸੀਂ। ਚੱਕਰਾਂ ਦੀ ਗੱਲ ਕੀਤੀ ਸੀ, ਇਹਨਾਂ ਚੱਕਰਾਂ ਨੇ ਤੇ ਦੁਨੀਆ ਨੂੰ ਨਿਕਲ ਨਹੀਂ ਦੇਣਾ ਆਪਣੇ ਚੱਕਰਾਂ ਚੋਂ, ਸਿਆਸੀ ਚੱਕਰਾਂ ਚੋਂ। ਚੇਤੇ ਤਾਂ ਯਾਦ ਹੈ ਰੰਧਾਵਾ ਸਾਹਿਬ, ਕਿਵੇਂ ਭੋਗਲ ਸਾਹਿਬ? ਉਹ ਠੀਕ ਠਾਕ ਨੇ, ਲੇਕਿਨ ਗੱਲਬਾਤ ਹੁੰਦੀ ਰਹਿੰਦੀ ਨੇ। ਉਹ ਲੇਕਿਨ ਬੈੱਡ ਬਾਉਂਡ ਨੇ, ਉਹ ਪੈਰਾਲਾਈਜ਼ ਨੇ ਵਿਚਾਰੇ, ਮੋਢਿਆਂ ਤੋਂ ਲੈ ਕੇ ਥੱਲੇ ਸਾਰੇ ਬੈੱਡ ਬਾਉਂਡ ਹੈਗੇ ਨੇ। ਪਰ ਫਿਰ ਵੀ ਦੇਖੋ ਗੁਰੂ ਦੀ ਕਿੰਨੀ ਰਹਿਮਤ ਆ, ਕਿਰਪਾ ਉਹਨਾਂ ਦੀ ਇੰਨੀ ਆ, ਫਿਰ ਉਹ ਬੋਲ ਸਕਦੇ ਨੇ। ਵਾਹਿਗੁਰੂ ਉਹਨਾਂ ਕੋਲੋਂ ਬੁਲਾ ਲੈਂਦਾ, ਸੇਵਾ ਲੈ ਲੈਂਦਾ, ਤੇ ਦਿਮਾਗ ਵੀ ਕੰਮ ਕਰਦਾ, ਤੇ ਬਾਕੀ ਸਾਰਾ ਉਹਨਾਂ ਨਾਲ ਕੰਟੈਕਟ ਵੀ ਕਰਵਾਇਓ ਜੀ, ਆ ਕੇ ਦੇਖਦੇ ਨੇ, ਦੇਖਭਾਲ ਕਰਦੇ ਨੇ। ਚਲੋ ਫਿਰ ਵੀ ਵਾਹਿਗੁਰੂ ਦਾ ਠੀਕ ਹੈ ਜੀ। ਭੋਗਲ ਸਾਹਿਬ ਜੀ, ਸਾਡੇ ਕੋਲ ਸਮਾਂ ਸੀਮਤ ਹੈ ਜੀ, ਕਰਦੇ ਨੇ ਉਹ, ਤੇ ਉਹ ਤੁਹਾਡਾ ਪ੍ਰੋਗਰਾਮ ਵੈਸੇ ਮਿਸ ਬਹੁਤ ਕਰਦੇ ਨੇ ਜੀ। ਅਸੀਂ ਵੀ ਬਹੁਤ ਮਿਸ ਕਰਦੇ ਹਾਂ ਜੀ।
ਬਹੁਤ 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 ਵਧੀਆ ਦੇਖੋ ਜਿਹੜਾ ਪ੍ਰੋਗਰਾਮ ਜਿਹੜਾ ਪ੍ਰੋਗਰਾਮ ਚੰਗਾ ਹੋਵੇ, ਗੱਲਬਾਤ ਚੰਗੀ ਹੁੰਦੀ ਹੈ, ਉਹਨੂੰ ਚੰਗਾ ਕਿਉਂ ਨਾ ਕਹੀਏ। ਬਿਲਕੁਲ ਜੀ, ਬਿਲਕੁਲ ਜੀ। ਠੀਕ ਹੈ ਜੀ ਭੋਗਲ ਸਾਹਿਬ ਜੀ, ਸਾਡੇ ਕੋਲ ਸਮਾਂ ਜਿਹੜਾ ਬਹੁਤ ਸੀਮਤ ਹੁੰਦਾ ਹੈ ਤੇ ਇਸ ਕਰਕੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਭੋਗਲ ਸਾਹਿਬ, ਜਿਹੜਾ ਉਹਨਾਂ ਨੇ ਆਪਣੇ ਵਡਮੁੱਲੇ ਵਿਚਾਰ ਰੱਖੇ ਨੇ ਤੇ ਅਸੀਂ ਸਰੀਰਕ ਚੱਕਰਾਂ ਦੀ ਗੱਲ ਕੀਤੀ ਸੀ, ਉਹਨਾਂ ਨੇ ਦੋਨਾਂ ਪਾਸੇ ਜਿਹੜਾ ਆ ਉਹ ਪੱਖ ਪੂਰਿਆ, ਚਾਹੇ ਉਹ ਸਰੀਰਕ ਚੱਕਰਾਂ ਦੀ ਗੱਲ ਹੋਵੇ ਤੇ ਚਾਹੇ ਉਹ ਦੁਨਿਆਵੀ ਚੱਕਰਾਂ ਦੀ ਹੋਵੇ, 84 ਦੇ ਗੇੜ ਦੀ ਗੱਲ ਹੋਵੇ। ਤੇ ਉਹਨਾਂ ਨੇ ਇੱਕ ਗੱਲ ਕਹੀ ਸੀਗੀ ਕਿ ਜਿਹੜਾ ਆ ਅਸੀਂ ਇਸ ਚੱਕਰ ਚੋਂ ਨਹੀਂ ਨਿਕਲ ਸਕਦੇ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤੇ ਮਿਟਾਈ, ਇਹ ਸਗਲੀਆਂ ਚਿੰਤਾਵਾਂ ਨੂੰ ਜਿਹੜਾ ਮਿਟਾਉਣ ਵਾਸਤੇ ਜਿਹੜਾ ਆ ਉਹ ਅਕਾਲ ਪੁਰਖ ਨੇ ਸਾਨੂੰ ਗੁਰਬਾਣੀ ਦਿੱਤੀ ਹੈ। ਸਾਨੂੰ ਗੁਰਬਾਣੀ ਪੜ੍ਹ ਕੇ ਜਿਹੜਾ ਆ ਇਸ ਚੱਕਰਾਂ ਦੇ ਵਿੱਚੋਂ 84 ਦੇ ਗੇੜ ਦੇ ਵਿੱਚੋਂ ਜਿਹੜਾ ਆ ਨਿਕਲਣ ਦਾ ਆ ਮੌਕਾ ਦਿੱਤਾ ਆ। ਹੁਣ ਇਹ ਸਾਡਾ ਆਪ ਦਾ ਨਿੱਜੀ ਫੈਸਲਾ ਆ ਵੀ ਅਸੀਂ ਇਸ ਭਾਵ ਸਾਗਰ ਤੋਂ ਵਿੱਚੋਂ ਅਸੀਂ ਕਿਵੇਂ ਨਿਕਲਣਾ ਆ, ਜਾਂ ਅਸੀਂ ਇਸ ਬੇੜੇ ਦੇ ਵਿੱਚ ਬੈਠ ਕੇ ਅਸੀਂ ਪਾਰ ਕਿਵੇਂ ਹੋਣਾ ਆ। ਤੇ ਅਸੀਂ ਗੱਲ ਕਰ ਰਹੇ ਸੀਗੇ ਕਿ ਜਿਨ੍ਹਾਂ ਰਾਹਾਂ ਤੇ ਉੱਚੀਆਂ ਜਾਤਾਂ ਵਾਲੇ ਤੁਰਦੇ ਸਨ, ਉਹਨਾਂ ਰਾਹਾਂ ਤੇ ਛੋਟੀਆਂ ਜਾਤਾਂ ਵਾਲਿਆਂ ਨੂੰ ਤੁਰਨ ਦੀ ਮਨਾਹੀ ਸੀ। ਅਗਰ ਕਿਸੇ ਮਜਬੂਰੀ ਵਸ ਰਾਤ ਦੇ ਹਨੇਰੇ ਵਿੱਚ ਤੁਰਨਾ ਵੀ ਪੈਂਦਾ ਸੀ ਤਾਂ ਇਹਨਾਂ ਨੂੰ ਗਲ ਵਿੱਚ ਇੱਕ ਢੋਲ ਵਜਾ ਕੇ ਤੁਰਨ ਦਾ ਹੁਕਮ ਸੀ ਕਿ ਸ਼ੂਦਰਾਂ ਨੂੰ ਮੰਦਿਰ ਵਿੱਚ ਨਹੀਂ ਆਉਣ ਦੀ ਜਿਹੜੀ ਆ ਉਹ ਆਗਿਆ ਬਿਲਕੁਲ ਵੀ ਨਹੀਂ ਸੀਗੀ। ਅਗਰ ਕਿਸੇ ਸ਼ੂਦਰ ਦੇ ਕੰਨੀ ਮੰਤਰ ਵੀ ਜਿਹੜੀ ਆ ਮੰਤਰ ਦੀ ਆਵਾਜ਼ ਪੈਂਦੀ ਸੀ ਤਾਂ ਉਸਦੇ ਕੰਨਾਂ ਵਿੱਚ ਗਰਮ ਜਿਹੜਾ ਆ ਉਹ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ, ਤਾਂ ਕਿ ਉਹ ਮੁੜ ਕੇ ਕਦੀ ਵੀ ਪ੍ਰਮਾਤਮਾ ਦੀ ਜਿਹੜੀ ਆ ਗੱਲ ਨਾ ਸੁਣ ਸਕੇ। ਅਗਰ ਕੋਈ ਸ਼ੂਦਰ ਉੱਚੀ ਜਾਤ ਦੇ ਬਰਾਬਰ ਬੈਠਣ ਦੀ ਜ਼ਰੂਰਤ ਕਰਦਾ ਸੀ, ਉਸ ਦੀ ਪਿੱਠ ਦਾ ਮਾਸ ਕੱਟ ਦਿੱਤਾ ਜਾਂਦਾ ਸੀ ਅਤੇ ਖੂਹ ਤੇ ਕੁੱਤਾ ਜਿਹੜਾ ਆ ਚੜਾ ਕੇ ਪਾਣੀ ਪੀ ਸਕਦਾ ਸੀ। ਤੇ ਸ਼ੂਦਰ ਨੂੰ ਜਿਹੜਾ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੀ ਜਿਹੜੀ ਆ ਲਗਾਤਾਰ ਜਿਹੜੀ ਆ ਉਹ ਮਨਾਹੀ ਸੀ। ਸੰਗਤ ਲਾਈਵ 'ਚ ਤੁਹਾਡਾ ਸਵਾਗਤ ਹੈ, ਆਪਣਾ ਨਾਮ ਦੱਸੋ ਜੀ। हेलो, गुड मॉर्निंग टू संगत की देखभाल। मेरा नाम संजय दादा है। वेरी गुड मॉर्निंग। मैं फोटो बोल रहा। आप कहते 10 का मतलब है कि 10 की सोचा की विचार है। इंग्लिश का 10 कमांडमेंट्स, इट्स कॉमन सेंस। कपल्स का ऋषि वो कहना कमांडर से पानी पालना सारा एक था। कपल थे क्रिकेट प्लेयर, वो मारो छक्के तो कहना मारो फक्के। एक है कपल शर्मा, ਉਹ ਪ੍ਰੋਗਰਾਮ ਦਾ ਟੀਵੀ ਤੇ ਵੱਡੇ ਸਟਾਰ ਆਉਂਦੇ ਆ, ਉਹ ਸਾਰੇ ਆ ਕੇ ਡਾਂਸ ਕਰ ਸਾਨੂੰ ਬੇਵਕੂਫ ਹੈਗੇ ਲੋਕ। ਸਾਡਾ ਸੀਗਾ ਜਿਸ ਬੰਦੇ ਜੇਲ੍ਹ ਦਿੱਤੀ ਜਾਵੇ ਜਾਂ ਬੈਨ ਕੀਤਾ ਜਾਵੇ, ਉਹ ਫਿਰ ਲੀਡਰ ਬਣ ਜਾਵੇ ਕਿਸੇ ਕੰਟਰੀ ਦਾ, ਉਹ ਸਾਰਿਆਂ ਜਾ ਕੇ ਉਹਦਾ ਹੱਲ ਤੇ ਕਹਿੰਦਾ ਮੈਂ ਹੁਣ ਤੁਹਾਡੇ ਕਰ ਦੂੰਗਾ ਸਾਰੇ ਪਦ। ਉਹ ਸਾਰਿਆਂ ਨੂੰ ਬੇਵਕੂਫ ਬਣਾ ਗਿਆ ਤੇ ਪੈਸਾ ਸਭ ਕੁਛ ਲੈ ਗਿਆ। ਤੇ ਹੁਣ ਇਹ ਯੁੱਧ ਹੈ ਨਾ ਅੱਜ ਤੱਕ ਤੇ MATV ਅੱਜ ਤੱਕ ਹੈਗਾ। they were only members in Queen Mary University. They will speak Hindi and English. And MATV ਹੈਗਾ ਸ਼ਿਕਾਵਤ ਦੇ ਨਾਂ ਤੇ ਚੱਲਦਾ ਹੈ। He is a minister in India. ਗਵਰਨਮੈਂਟ ਮਿਨਿਸਟਰ ਬਹੁਤ ਵੱਡਾ ਪਾਵਰਫੁਲ ਬੰਦਾ ਹੈਗਾ। ਤੇ ਜਿਹੜਾ ਯੂਕਰੇਨ ਹੈਗਾ UK ਰਾਣੇ ਪੁਰਾਣੇ ਸਰਾਣੇ, ਇਹ ਸਾਰੇ ਰਾਣੇ ਦੇ ਨਾਂ ਤੇ ਹੁੰਦੇ ਆ। ਰਾਣਾ ਸੀ ਆਰਚਬਿਸ਼ਪ ਪ੍ਰਤਾਪ ਸਿੰਘ ਰਾਣਾ। He was greatest king of all. He said love everybody and forgive them all. ਉਹਦੇ ਨਾਂ ਸੁਣ ਕੇ ਇਹਨਾਂ ਮੁਸਲਮਾਨ ਪਿਸ਼ਾਬ ਨਿਕਲ ਜਾਂਦਾ ਸੀ ਤੇ ਰਾਣਾ ਆ ਗਿਆ ਹੈ, ਇਹ ਆ ਗਿਆ ਸਾਰਾ ਕੰਮ ਖਰਾਬ। ਉਹਦਾ ਅੰਨੇ ਤੋਂ ਚੀਜ਼ ਮਰਵਾਨਾ ਸੀ ਤੇ ਸਿੱਧਾ ਲੱਗਦਾ ਨਿਸ਼ਾਨੇ ਜਾ ਕੇ। ਪ੍ਰਿਥਵੀ ਰਾਜ ਚੌਹਾਨ ਸੀ ਉਹ ਛੋਟਾ ਭਰਾ, ਉਹਨੂੰ ਅੰਨਾ ਕਰ ਦਿੱਤਾ ਗਿਆ। ਉਹਨੇ ਤੀਰ ਚਲਾ, ਉਹ ਇੱਕ ਪਾਸੇ ਸ਼ੰਖ ਪਾਸੇ, ਇੱਕ ਪਾਸੇ ਬਾਂਸੀ, ਇੱਕ ਪਾਸੇ ਘੰਟੀ ਆਵਾਜ਼, ਉਹ ਤੀਰ ਤਿੰਨੋਂ ਮੂੰਹ ਚ ਮਾਰੇ ਤੇ ਉੱਥੇ ਹਾਹਾ ਕਰਦਾ ਯਾਰ ਮਾਸਟਰ ਕੌਣ ਆ, ਮਾਸਟਰ ਮਾਈਂਡ। I speak with love and devotion and forgiveness. ਜੋ ਮੇਰੇ ਮੁਰਸ਼ਿਦ ਨੇ ਦੱਸਿਆ ਮੈਂ ਉਹੀ ਕਿਹਾ ਤੇ ਸੋਚ ਸਮਝ ਕੇ ਚਲੋ ਵਿਚਾਰ ਕਰੋ। then Downing Street ਮਤਲਬ ਵਿੰਸਟਨ ਚਰਚਿਲ ਔਰ ਚਰਚਿਲ ਦਾ ਇਲ ਠੀਕ ਹੈ ਜੀ ਸਾਰੇ ਬਿਮਾਰ ਹੈਗੇ, ਉਸ ਸੋਚਦੇ ਹੈ ਹੀ ਨਹੀਂ। ਬਿਲਕੁਲ ਜੀ, ਕੋਈ ਕਿਤਾਬ ਪੜ੍ਹੀ ਚੰਗੀ ਤਰ੍ਹਾਂ। ਆਪਾਂ ਨੇ ਪੰਜਾਬੀ ਹੈਗੇ ਗੁਰਮੁਖ ਦਾ ਮਤਲਬ ਹੈਗਾ ਆਪਾਂ ਸਿੱਖਾਂ ਦਾ ਮਨ ਨਹੀਂ ਮਤ ਉੱਚੀ ਕਹਿੰਦੇ ਸਾਧੋ ਜਿਹਾ ਪਰ ਰੂ ਇੰਪਲੀਮੈਂਟ ਇਟ ਵੀ ਡੋਨਟ। ਬਿਲਕੁਲ ਜੀ ਠੀਕ ਹੈ ਜੀ ਸਰ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਬਹੁਤ ਬਹੁਤ ਧੰਨਵਾਦ। ਕਾਫੀ ਜਿਹੜੀਆਂ ਜ਼ਰੂਰਤਮੰਦ ਗੱਲਾਂ ਜਿਹੜੀਆਂ ਨੇ ਕਹਿ ਕੇ ਗਏ ਨੇ ਇਸ ਪ੍ਰੋਗਰਾਮ ਦੇ ਵਿੱਚ ਤੇ ਸਾਨੂੰ ਜਿਹੜਾ ਆ ਸਮਝਣ ਦੀ ਲੋੜ ਹੈ। ਪਤਾ ਨਹੀਂ ਮੈਨੂੰ ਲੱਗਦਾ ਰੂਹੀ ਜੀ ਅੱਜ ਵੀ ਅਸੀਂ ਉਸੇ ਮੈਂਟੈਲਿਟੀ ਉਸੇ ਸੋਚ ਦੇ ਨਾਲ ਜਿਹੜਾ ਆ ਇਹ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਅਸੀਂ ਲੰਘ ਰਹੇ ਹਾਂ ਤੇ ਜਿਹੜੀ ਆ ਵਾਧਿਆਂ ਸੀ ਜਿਹੜਾ ਆ ਪ੍ਰੋਗਰਾਮ ਦੇ ਅਗਲੇ ਪੜਾਅ ਵੱਲ। ਹਾਂਜੀ ਜੀ, ਤੇ ਇਤਿਹਾਸ ਵਿੱਚ ਅਸੀਂ ਗੱਲ ਕਰ ਰਹੇ ਸੀ, ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਸਿੱਖ ਧਰਮ ਤੋਂ ਪਹਿਲਾਂ ਪੰਜਾਬ ਵਿੱਚ 2 ਹੀ ਧਰਮ ਸੀ, ਹਿੰਦੂ ਤੇ ਮੁਸਲਮਾਨ।
ਬੁੱਧ ਧਰਮ ਜਿਸ ਨੇ ਇੱਕ ਸਮੇਂ ਵਿੱਚ ਵਿਸ਼ਾਲ ਰਾਜ ਦੀ ਸਥਾਪਨਾ ਕੀਤੀ ਲਗਭਗ ਅਲੋਪ ਹੋ ਚੁੱਕਾ ਸੀ। ਜੈਨੀ ਧਰਮ ਦੇ ਅਨੁਆਈ ਟਾਵੇਂ ਟਿਕਾਣੇ ਤੇ ਟਿਕੇ ਹੋਏ ਸਨ। ਮੁਸਲਮਾਨਾਂ ਦੇ ਧਾਰਮਿਕ ਆਗੂ ਜੋ ਜ਼ਬਰ ਦਾ ਵਸੀਲਾ ਤੇ ਠੱਗਬਾਜ਼ੀ ਦੇ ਮੁਖਤਿਆਰ ਬਣੀ ਬੈਠੇ ਸਨ, ਉਹ ਨਾ ਕੇਵਲ ਮੁਸਲਮਾਨਾਂ ਨੂੰ ਅਸਲੀ ਮਜ਼ਹਬ ਤੋਂ ਕੁਰਾਹੇ ਪਾ ਰਹੇ ਸੀ, ਸਗੋਂ ਮਜ਼ਹਬੀ ਈਰਖਾ, ਨਫ਼ਰਤ ਤੇ ਜਨੂਨ ਨੂੰ ਹਵਾ ਵੀ ਦੇ ਰਹੇ ਸਨ। ਆਮ ਲੋਕਾਂ ਨੂੰ ਧਾਗੇ, ਤਵੀਤ, ਮੜੀ, ਮਸਾਨਾ ਦੇ ਗੇੜ ਵਿੱਚ ਪਾ ਕੇ ਲੁੱਟ-ਖੁੱਟ ਕਰ ਰਹੇ ਸੀ। ਕਾਜੀ ਹੋਏ ਬੈ ਨਿਆਏ, ਫੇਰੇ ਤਪਸੀ ਕਰੇ ਖੁਦਾਏ, ਵੱਡੀ ਲੈ ਕੇ ਹੱਕ ਗਵਾਏ, ਜੇ ਕੋ ਪੁੱਛੇ ਤਾਂ ਪੜ੍ਹ ਸੁਣਾਏ। ਹਿੰਦੂ ਧਰਮ ਵਿੱਚ ਜ਼ੋਰ ਸੀ ਤਾਂ ਸਿਰਫ ਬ੍ਰਾਹਮਣਵਾਦ ਦਾ, ਜਿਸ ਨੇ ਸਿਰਫ ਵਰਣ ਵੰਡ ਤੇ ਬਸ ਨਹੀਂ ਕੀਤੀ, ਸਗੋਂ ਜਾਤਾਂ ਵੰਡ ਕੇ ਹਿੰਦੂ ਸਮਾਜ ਨੂੰ ਟੋਟੇ ਕਰ ਦਿੱਤਾ। ਇਸ ਵਕਤ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੀ ਨੀਂਹ ਰੱਖੀ ਅਤੇ ਮਾਨਵਤਾ ਦੇ ਭਲੇ ਲਈ ਇੱਕ ਨਿਰਮਲ ਪੰਥ ਚਲਾਇਆ। ਉਹਨਾਂ ਨੇ ਪੰਜਾਬ ਨੂੰ ਧਾਰਮਿਕ, ਸਮਾਜਿਕ, ਇਕਲਾਕਿਕ ਤੌਰ ਤੇ ਮਜ਼ਬੂਤ ਕਰਨ ਤੇ ਜ਼ੁਲਮ, ਜ਼ੋਰ, ਜ਼ਬਰ ਦੀ ਟੱਕਰ ਲੈਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। ਉਹਨਾਂ ਨੇ ਧਾਰਮਿਕ, ਸੱਭਿਆਚਾਰ ਤੇ ਭੂਗੋਲਿਕ ਹੱਦਾਂ ਟੱਪ ਕੇ ਜੋਗੀ, ਸਿੱਧਾਂ ਜਿਹੜੇ ਨੇ ਬ੍ਰਾਹਮਣ, ਪੰਡਤ, ਵੈਸ਼ਨਵ, ਬੋਧੀ, ਜੈਨੀ, ਸੂਫੀ, ਮੁੱਲਾ, ਕਾਜ਼ੀਆਂ ਨਾਲ ਜਿਹੜਾ ਸੰਵਾਦ ਕੀਤਾ, ਜਿਹੜੀ ਗੋਸ਼ਟ ਕੀਤੀ, ਗੱਲਬਾਤ ਕੀਤੀ, ਵਿਚਾਰਾਂ ਕੀਤੀਆਂ, ਜੋ ਧਰਮਾਂ ਦੇ ਮੁੱਖ ਠੇਕੇਦਾਰ ਸਨ। ਉਹਨਾਂ ਨੇ ਉਸ ਵਕਤ ਜਦ ਧਰਮ ਵਿੱਚ ਦਿਖਾਵੇ ਤੇ ਆਪਸੀ ਵੈਰ ਵਿਰੋਧ ਕਰਕੇ ਮਨੁੱਖਤਾ ਦਾ ਅੰਸ਼ ਅਲੋਪ ਹੋ ਚੁੱਕਾ ਸੀ, ਉਦੋਂ ਧਰਮ ਤੇ ਰਾਜ ਦੀਆਂ ਸ਼ਕਤੀਆਂ ਨੇ ਸੰਚਾਰ ਦੇ ਵੱਖ-ਵੱਖ ਜਿਹੜਾ ਹੈ ਧਰਮਾਂ ਦੀ ਵਿਭਿੰਨਤਾ ਨੂੰ ਮੁਕਾਉਣ ਲਈ ਸਿਰ ਧੜ ਦੀ ਬਾਜੀ ਜਿਹੜੀ ਆ ਉਹ ਲਗਾ ਦਿੱਤੀ ਸੀ। ਇਸ ਵਿਭਿੰਨਤਾ ਦੀਆਂ ਖੂਬਸੂਰਤੀਆਂ ਨੂੰ ਕਾਇਮ ਰੱਖਦਿਆਂ ਹਰ ਧਰਮ ਦੇ ਔਗਣ ਨੂੰ ਵਿਸਾਰ ਕੇ ਗੁਣਾਂ ਦੀ ਸਾਂਝ ਦਾ ਉਪਦੇਸ਼ ਦਿੱਤਾ। ਸਾਂਝ ਕਰੀ ਜਾਏ ਗੁਣੈ ਕੇਰੀ, ਛੋੜ ਅਵਗੁਣ ਚੱਲੀਐ। ਇਹ ਜਿਹੜਾ ਆ ਗੁਰੂ ਨਾਨਕ ਦੇਵ ਜੀ ਦਾ ਅਕਾਲ ਪੁਰਖ ਦੀ ਬਾਣੀ ਦਾ ਜਿਹੜਾ ਆ ਸੰਦੇਸ਼ ਸੀ। ਜੀ, ਉਹਨਾਂ ਦਾ ਸੰਦੇਸ਼ ਕਿਸੇ ਖਾਸ ਖਿੱਤੇ ਦੇ ਲੋਕਾਂ ਵਾਸਤੇ ਨਹੀਂ ਸੀ, ਸਗੋਂ ਪੂਰੀ ਕਾਇਨਾਤ ਦੇ ਭਲੇ ਲਈ ਸੀ। ਉਹਨਾਂ ਨੇ ਅਧਿਆਤਮਕ, ਸਮਾਜਿਕ, ਰਾਜਨੀਤਿਕ, ਆਰਥਿਕ ਤੇ ਪ੍ਰਕਿਰਤਿਕ ਪੱਖ ਤੇ ਲੋਕਾਂ ਨੂੰ ਇੱਕ ਨਵੀਂ ਸੇਧ ਬਖਸ਼ੀ। ਕਿਰਤ ਕਰਨੀ, ਵੰਡ ਕੇ ਛਕਣਾ, ਨਾਮ ਸਿਮਰਨ, ਸੇਵਾ, ਮਨੁੱਖੀ ਭਾਈਚਾਰਾ, ਬਰਾਬਰੀ, ਨਿਆਂ, ਦਇਆ, ਪਰਉਪਕਾਰ ਸਿੱਖੀ ਦੇ ਮੁੱਢਲੇ ਅਸੂਲ ਬਣਾ ਦਿੱਤੇ। ਨਿਰਭਉ ਨਿਰਵੈਰ ਪਰਮਾਤਮਾ ਦੀ ਬੰਦਗੀ ਨਾਲ ਜੋੜ ਕੇ ਇੱਕ ਨਿਰਭਉ ਤੇ ਨਿਰਵੈਰ ਸਮਾਜ ਦੀ ਸਥਾਪਨਾ ਕੀਤੀ, ਜਿਸ ਵਿੱਚ ਗਰੀਬ, ਅਮੀਰ, ਊਚ ਨੀਚ, ਜਾਤ ਪਾਤ, ਵਹਿਮ ਭਰਮਾਂ ਤੇ ਕਰਮ ਕਾਂਡਾਂ ਨੂੰ ਕੋਈ ਜਗ੍ਹਾ ਨਹੀਂ ਦਿੱਤੀ। ਧਰਮ ਦੇ ਪਾਖੰਡ ਜਾਲ ਨੂੰ ਤੋੜਿਆ ਤੇ ਅਖੌਤੀ ਧਾਰਮਿਕ ਆਗੂਆਂ ਦੀ ਅਸਲੀਅਤ ਦੱਸ ਕੇ ਲੋਕਾਂ ਨੂੰ ਉਹਨਾਂ ਦੇ ਭੈ ਜਾਲ ਤੋਂ ਮੁਕਤ ਕੀਤਾ। ਇਸ ਨਾਲ ਭੁੱਖਿਆਂ, ਦੁਖੀਆਂ, ਗਰੀਬ, ਮਜ਼ਲੂਮਾਂ, ਲੋੜਵੰਦਾਂ ਦੀ ਮਦਦ ਹੋਈ। ਸਮਾਜਿਕ ਸਾਂਝੀਵਾਲਤਾ ਤੇ ਆਪਸੀ ਏਕਤਾ ਪੈਦਾ ਹੋਈ। ਭਾਈ ਲਾਲੋ ਜੋ ਉਸ ਵਕਤ ਨੀਚ ਜਾਤ ਦੇ ਤੇ ਗਰੀਬ ਸਨ, ਆਪਣਾ ਮਿੱਤਰ ਤੇ ਭਾਈ ਮਰਦਾਨਾ ਜੋ ਨੀਚ ਜਾਤ ਦਾ ਮਰਾਸੀ ਸੀ, ਆਪਣਾ ਸੰਗੀ ਸਾਥੀ ਬਣਾ। ਨੀਚਾ ਗੁਰਬਾਣੀ ਦਾ ਜਿਹੜਾ ਆ ਪਾਵਨ ਪਵਿੱਤਰ ਫਰਮਾਨ ਵੀ ਆ ਕਿ ਨੀਚਾ ਅੰਦਰ ਨੀਚ ਜਾਤ, ਅਤ ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆ ਸਿਉ ਕਿਆ ਰੀਸ। ਜਿੱਥੈ ਨੀਚ ਸੰਭਾਲੀ ਨਨ, ਤਿੱਥੈ ਨਦਰ ਤੇਰੀ ਬਖਸ਼ੀਸ। ਕਿਰਤੀ ਵਰਗ ਨਾਲ ਹਮਦਰਦੀ ਤੇ ਸਾਂਝ ਕਾਇਮ ਕੀਤੀ। ਧਰਮਾਂ ਵਿੱਚ ਫੋਕਟ, ਕਰਮ ਕਾਂਡਾਂ ਤੇ ਕੁਰੀਤੀਆਂ ਦਾ ਜ਼ੋਰਦਾਰ ਖੰਡਨ ਕੀਤਾ। ਤੀਰਥ ਯਾਤਰਾ, ਵਰਤ, ਜਨੇਊ, ਪਿੱਤਰ ਪੂਜਾ, ਸਰਾਧ ਆਦਿ ਰਸਮਾਂ ਨੂੰ ਜਿਹੜਾ ਆ ਪਖੰਡਤਾ ਦਾ ਲੁੱਟ ਖਸੁੱਟ ਤੇ ਅਡੰਬਰ ਦਾ ਰਾਹ ਦੱਸਿਆ। ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਪਰਮਾਤਮਾ ਦਾ ਵਾਸ ਉੱਥੇ ਹੁੰਦਾ ਹੈ ਜਿੱਥੇ ਨੀਚ ਜਾਤਾਂ ਦਾ ਵਾਸਾ ਹੋਵੇ ਤੇ ਜਿੱਥੇ ਸੇਵਾ ਕਰਨ ਦੀ ਭਾਵਨਾ ਵੀ ਹੋਵੇ। ਜਿੱਥੇ ਨੀਚ ਸੰਭਾਲੀਨ, ਤਿੱਥੈ ਨਦਰ ਤੇਰੀ ਬਖਸ਼ੀਸ। ਗੁਰੂ ਗ੍ਰੰਥ ਸਾਹਿਬ ਵਿੱਚ ਸੇਵਾ ਕੇਵਲ ਪਰਮਾਤਮਾ ਜਾਂ ਗੁਰੂ ਦੀ ਕਰਨੀ ਲਿਖੀ ਹੈ। ਕਰ ਸੇਵਾ ਪਾਰ ਬ੍ਰਹਮ, ਗੁਰ ਭੁੱਖ ਰਹੇ ਨਾ ਕਾਈ। ਪਰਮਾਤਮਾ ਦੀ ਸੇਵਾ ਕਿਵੇਂ ਕਰੀਏ? ਜੀ ਹਾਂਜੀ, ਤੇ ਜਿਹੜਾ ਆ ਉਹ ਨਿਰੰਕਾਰ ਹੈ। ਫਰੀਦ ਜੀ ਨੇ ਲਿਖਿਆ ਆ, ਫਰੀਦਾ ਖਲਕ ਮਹਿ ਖਲਕ, ਰੱਬ ਵਸੈ ਮਾਹੇ ਖਲਕਤ। ਦੀ ਸੇਵਾ ਕਰਨੀ ਹੈ ਪਰਮਾਤਮਾ ਦੀ ਜਿਹੜੀ ਆ ਸੇਵਾ ਕਰਨ ਦੇ ਬਰਾਬਰ ਹੈ। ਜੇ ਅਸੀਂ ਕਿਸੇ ਗਰੀਬ ਨੂੰ ਜਾਂ ਕਿਸੇ ਲੋੜਵੰਦ ਨੂੰ ਅਸੀਂ ਸੇਵਾ ਕਰਦੇ ਹਾਂ, ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਹੀ ਬੋਲਿਆ ਸੀਗਾ ਕਿ ਅਸੀਂ ਸਾਡੇ ਮਨ ਦੇ ਵਿੱਚ ਜਿਹੜੀ ਆ ਹਉਮੈ, ਹੰਕਾਰ, ਈਰਖਾ, ਦਵੈਤ ਭਾਵ, ਇਹ ਸਭ ਤੋਂ ਮੁਕਤ ਹੋ ਕੇ ਜਿਹੜਾ ਆ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਤੇ ਸਾਨੂੰ ਜਿਹੜਾ ਆ ਤਾਂ ਹੀ ਸੇਵਾ ਦਾ ਜਿਹੜਾ ਆ ਉਹ ਫਲ ਮਿਲ ਸਕਦਾ ਆ। ਤੇ ਅਸੀਂ ਜਿਸ ਤਰ੍ਹਾਂ ਦੱਸਿਆ ਕਿ ਪੁਰਾਤਨ ਸਮੇਂ ਦੇ ਵਿੱਚ ਸ਼ੂਦਰ ਜਾਂ ਵੈਸ ਜਾਂ ਬ੍ਰਾਹਮਣ ਇਸ ਤਰ੍ਹਾਂ ਦੀ ਜਿਹੜੀ ਆ ਭੇਦਭਾਵ ਰੱਖਿਆ ਜਾਂਦਾ ਸੀ। ਇਸੇ ਤਰ੍ਹਾਂ ਜਿਹੜਾ ਗੁਰੂ ਨਾਨਕ ਨੇ ਨਿਰਮਲ ਪੰਥ ਚਲਾਇਆ ਉਸ ਦੇ ਵਿੱਚ ਜਿਹੜਾ ਆ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀਗਾ। ਤੇ ਇੱਕ ਜਿਹੜਾ ਸੰਦੇਸ਼ ਸੀਗਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ,
ਊਚ ਤੇ ਨੀਚ ਦੇ ਵਿੱਚ ਫਰਕ ਨਹੀਂ ਰੱਖਣਾ, ਚਾਹੇ ਉਹ ਭਾਈ ਲਾਲੋ ਜੀ ਦੀ ਗੱਲ ਹੋਵੇ, ਚਾਹੇ ਭਾਈ ਭਾਗੋ ਜੀ ਦੀ ਗੱਲ ਹੋਵੇ, ਚਾਹੇ ਕਿਸੇ ਵੀ ਤਰ੍ਹਾਂ ਦੀ ਹੋਵੇ। ਇਸੇ ਤਰ੍ਹਾਂ ਜਿਹੜਾ ਆ ਸਾਨੂੰ ਪਰਮਾਤਮਾ ਦੇ ਜਿਹੜਾ ਆ ਨਾਲ ਇਕਮਿਕ ਹੋ ਕੇ ਪਰਮਾਤਮਾ ਨੂੰ ਅੰਗ ਸੰਗ ਸਹਾਈ ਜਾਣਦਿਆਂ ਹੋਇਆਂ ਹਰੇਕ ਜੀਵ ਨੂੰ ਉਸ ਪਰਮਾਤਮਾ ਦਾ ਜੀਵ ਸਮਝ ਕੇ ਸਾਰਿਆਂ ਦੇ ਨਾਲ ਜਿਹੜਾ ਆ ਪ੍ਰੇਮ ਪਿਆਰ ਕਰਨਾ ਚਾਹੀਦਾ ਹੈ। ਤੇ ਇਹੀ ਜਿਹੜਾ ਆ ਸੰਗਤ ਦੇ ਵਿੱਚ ਸੇਵਾ ਕਰਨ ਦਾ ਸਾਨੂੰ ਜਿਹੜਾ ਆ ਤਾਂ ਹੀ ਉਸ ਦਾ ਲਾਭ ਹੋ ਸਕੇਗਾ। ਤੇ ਆਓ ਅਸੀਂ ਵਧਦੇ ਹਾਂ ਸਾਡੇ ਅਗਲੇ ਪ੍ਰੋਗਰਾਮ ਵੱਲ। ਜੋ ਸਾਡਾ ਅਗਲਾ ਪ੍ਰੋਗਰਾਮ ਹੈ ਉਹ ਹੈ ਛੋਟਾ ਜਿਹਾ ਅੰਤਰਾਲ ਤੋਂ ਬਾਅਦ ਵਧਾਂਗੇ ਸਾਡੇ ਦੇਸ਼ ਵਿਦੇਸ਼ ਵਿੱਚ ਹੋਈਆਂ ਸਰਗਰਮੀਆਂ, ਘਟਨਾਵਾਂ ਤੇ ਅਜਿਹੀਆਂ ਸੁਰਖੀਆਂ ਤੇ ਜਿਸ ਦੇ ਉੱਤੇ ਜਿਹੜੀ ਆ ਸਾਡੀ ਨਜ਼ਰ ਨਹੀਂ ਗਈ। ਆਓ ਛੋਟੇ ਜਿਹੇ ਅੰਤਰਾਲ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ। ਤੇ ਹੁਣ ਮਾਰਦੇ ਹਾਂ ਝਾਤ ਅਸੀਂ ਅੱਜ ਦੀਆਂ ਜਿਹੜੀਆਂ ਸੁਰਖੀਆਂ ਤੇ ਦੇਸ਼ ਵਿਦੇਸ਼ ਹੋਈਆਂ ਘਟਨਾਵਾਂ ਤੇ ਸਰਗਰਮੀਆਂ ਤੇ ਪੰਜਾਬ ਦੀ ਹਲਚਲ ਤੇ ਸਾਡਾ ਜਿਹੜਾ ਹੁਣ ਦਾ ਪ੍ਰੋਗਰਾਮ ਹੈ ਉਸ ਪ੍ਰੋਗਰਾਮ ਦਾ ਨਾਮ ਰੂਹੀ ਜੀ ਕੀ ਹੈ? ਅਖਬਾਰ ਹਾਜ਼ਰ ਹੈ। ਬਿਲਕੁਲ ਜੀ, ਅਖਬਾਰ ਹਾਜ਼ਰ ਦੇ ਵਿੱਚ ਤੁਹਾਡਾ ਬਿਲਕੁਲ ਸਵਾਗਤ ਹੈ। ਸਾਡਾ ਜਿਹੜਾ ਇਹ ਪ੍ਰੋਗਰਾਮ ਅਖਬਾਰ ਹਾਜ਼ਰ ਦੇ ਵਿੱਚ ਅਸੀਂ ਜਾਣਾਂਗੇ ਕਿ ਪੰਜਾਬ ਦੇ ਵਿੱਚ ਸਰਗਰਮੀਆਂ, ਜਿਸ ਤਰ੍ਹਾਂ ਅਸੀਂ ਪਿਛਲੇ ਹਫਤੇ ਦੀ ਗੱਲ ਕਰੀਏ, ਪਿਛਲੇ ਹਫਤੇ ਦੇ ਵਿੱਚ ਜਿਹੜਾ ਆ ਕਾਫੀ ਵਿਵਾਦਕ ਮਸਲਿਆਂ ਤੇ ਜਿਹੜਾ ਆ ਪੰਜਾਬ ਉਲਝਾ ਹੋਇਆ ਸੀ ਆ, ਚਾਹੇ ਉਹ ਦੀਪ ਸਿੱਧੂ ਦੇ ਨਾਲ ਸੰਬੰਧਿਤ ਚਾਹੇ ਉਹ ਸੁਰਖੀਆਂ ਹੋਣ, ਚਾਹੇ ਉਹ ਪੰਜਾਬ ਜਿਹੜਾ ਆ ਸਕੂਲ ਬੋਰਡ ਦੇ ਵਿੱਚ ਜਿਹੜਾ ਆ ਇਤਿਹਾਸ ਗਲਤ ਤੋੜ ਮਰੋੜ ਕੇ ਛਾਪੇ ਨੂੰ ਗੱਲ ਕੀਤੀ ਜਾਵੇ, ਚਾਹੇ BBM ਜਿਹੜੀ ਭਾਖੜਾ ਡੈਮ ਦੇ ਵਿੱਚੋਂ ਪੰਜਾਬ ਦੀ ਪ੍ਰਤੀਨਿਧਤਾ ਖਤਮ ਕਰਨ ਦੀ ਗੱਲ ਕਰੀਏ, ਜਾਂ ਅਸੀਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੋ ਰਹੇ ਵਿਵਾਦ ਦੀ ਗੱਲ ਕਰੀਏ। ਇਸੇ ਤਰ੍ਹਾਂ ਦੀਆਂ ਜਿਹੜੀਆਂ ਸੁਰਖੀਆਂ ਲਗਾਤਾਰ ਜਿਹੜੀਆਂ ਨੇ ਉਹ ਬਣੀਆਂ ਹੋਈਆਂ ਸੀਗੀਆਂ। ਤੇ ਹੁਣ ਜਿਹੜਾ ਆ ਨਵਾਂ ਮਸਲਾ ਉਹ ਸਾਹਮਣੇ ਆਇਆ ਆ। ਕਿਉਂ ਰੂਹੀ ਜੀ, ਤੁਹਾਨੂੰ ਯਾਦ ਹੋਣਾ ਆ ਕਿ ਜਿਹੜੀ ਆ ਅੱਜ ਜਿਹੜੀ ਆ 7 ਮਾਰਚ ਦਿਨ ਸੋਮਵਾਰ ਹੈ ਤੇ ਤੁਹਾਨੂੰ ਯਾਦ ਹੋਣਾ ਕਿ 10 ਮਾਰਚ ਨੂੰ ਜਿਹੜਾ ਆ ਉਹ ਨਤੀਜੇ ਆਉਣ ਵਾਲੇ ਆ। ਤੇ ਕਈ ਜਿਹੜੇ ਨੇ ਇਦਾਂ ਦੇ ਬਿਆਨ ਸਾਹਮਣੇ ਆ ਰਹੇ ਨੇ। ਕੋਈ ਆਪਣੇ ਬਿਆਨਾਂ ਨੂੰ ਝੂਠਾ ਦੱਸ ਰਿਹਾ ਕਿ ਹਾਂ ਵੀ ਇਸ ਬਿਆਨ ਦੇ ਵਿੱਚ ਮੈਂ ਕੁਛ ਇਸ ਤਰ੍ਹਾਂ ਦਾ ਨਹੀਂ ਕਿਹਾ, ਉਹ ਜੇ ਗਲਤ ਬਿਆਨ ਛਪਿਆ ਹੋਇਆ। ਜਾਂ ਜਿਹੜੀ ਆ ਭੱਠਲ ਜੀ ਦਾ ਵੀ ਇੱਕ ਬਿਆਨ ਸੀਗਾ ਕਿ ਜੇ ਲੋੜ ਪਈ ਤਾਂ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਆ ਉਹ ਅਸੀਂ ਗਠਬੰਧਨ ਕਰਾਂਗੇ। ਤਾਂ ਆਮ ਆਦਮੀ ਪਾਰਟੀ ਨੇ ਸਾਫ਼ ਇਨਕਾਰ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਪੰਜਾਬ ਦੇ ਵਿੱਚ ਸਾਡੀ ਜਿਹੜੀ ਆ ਸਰਕਾਰ ਬਣੂਗੀ, ਅਸੀਂ ਇਹ ਵਧੀਆ ਸੀਟਾਂ ਤੋਂ ਲੈ ਕੇ ਜਿਹੜਾ ਆ ਅਸੀਂ ਇੱਥੇ ਜਿੱਤ ਪ੍ਰਾਪਤ ਕਰਾਂਗੇ, ਸਾਨੂੰ ਕਿਸੇ ਵੀ ਪਾਰਟੀ ਦੇ ਸਮਰਥਨ ਦੀ ਲੋੜ ਨਹੀਂ ਆ। ਤੇ ਦੂਸਰੀ ਗੱਲ ਜਿਹੜਾ ਆ BJP ਨੇ ਵੱਡਾ ਐਲਾਨ ਕੀਤਾ ਸੀਗਾ ਕਿ ਪੰਜਾਬ ਦੇ ਵਿੱਚ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਬਣੇ, ਇਸ ਕਰਕੇ ਕਾਂਗਰਸ ਅਕਾਲੀ ਦਲ ਨੂੰ ਜਿਹੜਾ ਆ ਸਮਰਥਨ ਕਰਨਾ ਪੈਣਾ ਹੈ ਤੇ ਜਿਹੜਾ ਆ BJP ਦੇ ਨਾਲ ਜਿਹੜਾ ਆ ਇੱਕ ਵੱਡੀ ਜਿਹੜੀ ਆ ਜਿੱਤ ਹਾਸਲ ਕਰਵਾ ਕੇ ਜਿਹੜਾ ਆ BJP ਦੀ ਜਿਹੜੀ ਆ ਸਰਕਾਰ ਉਹ ਬਣਾਈ ਜਾਵੇ। ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਜਿਹੜੀਆਂ ਨੇ, ਇਸ ਤਰ੍ਹਾਂ ਦੀਆਂ ਸੁਰਖੀਆਂ ਲਗਾਤਾਰ ਜਿਹੜੀਆਂ ਅਖਬਾਰਾਂ 'ਚ ਜਿਹੜੀਆਂ ਕਾਲੀਆਂ ਨਜ਼ਰ ਆ ਰਹੀਆਂ ਨੇ ਤੇ ਜਿਹੜੀਆਂ ਨੇ ਮੋٹے ਸ਼ਬਦਾਂ ਦੇ ਵਿੱਚ ਜਿਹੜਾ ਆ ਚੋਣਾਂ ਦੀ ਹੀ ਗੱਲ ਕੀਤੀ ਜਾ ਰਹੀ ਹੈ। ਤੇ ਦੂਸਰੀ ਗੱਲ ਅਸੀਂ ਗੱਲ ਕਰੀਏ, ਇਹ ਗੱਲ ਵੀ ਹੈ ਕਿ ਜੇ ਮਤਲਬ ਜੇ ਲੋਕਾਂ ਨੂੰ ਅਸੀਂ ਗੱਲ ਵੀ ਕਰਦੇ ਨਾ, ਕਹਿੰਦੇ ਕਿ ਜੇ ਸਭ ਕੁਝ ਸਹੀ ਰਿਹਾ, ਕੋਈ ਹੇਰ ਫੇਰ ਨਹੀਂ ਚੱਲੀ, ਫਿਰ ਤਾਂ ਆਮ ਆਦਮੀ ਪਾਰਟੀ ਨੂੰ ਆਉਣਾ ਚਾਹੀਦਾ। ਜੇ ਕੁਝ ਬਾਕੀ ਤਾਂ ਕਿਆਸ ਰਹੀਆਂ ਲਾਈਆਂ ਜਾ ਰਹੀਆਂ ਨੇ। ਬਿਲਕੁਲ ਜੀ ਰੋਹਿਤ ਜੀ, ਮੈਂ ਤੁਹਾਨੂੰ ਦੱਸਦੇ ਹਾਂ, ਜਦੋਂ 15 ਫਰਵਰੀ ਤੋਂ ਲੈ ਕੇ 20 ਫਰਵਰੀ ਦੀ ਗੱਲ ਕਰੀਏ, ਅਸੀਂ 15 ਫਰਵਰੀ ਤੋਂ 20 ਫਰਵਰੀ ਦੇ ਵਿੱਚ ਜਿਹੜਾ ਆ ਇੱਕ ਰੁਝਾਨ ਸੀਗਾ ਕਿ ਆਮ ਆਦਮੀ ਪਾਰਟੀ ਨੂੰ ਹੀ ਵੋਟ ਪਾਉਣੀ ਆ, ਆਮ ਆਦਮੀ ਪਾਰਟੀ ਨੂੰ ਵੋਟ ਪਏਗੀ। ਜਿਹੜਾ ਵੀ ਤੋਂ ਜਿਹੜਾ ਆ ਗੱਲਬਾਤ ਕੀਤੀ ਆ, ਅਸੀਂ ਸਾਡੇ ਪੱਤਰਕਾਰ ਗਏ ਨੇ ਜਿਨ੍ਹਾਂ ਲੋਕਾਂ ਦੇ ਕੋਲ, ਆਮ ਜਨਤਾ ਦੇ ਕੋਲ, ਉਹਨਾਂ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਆ ਉਹ ਨਾਮ ਲਿਆ ਆ। ਪਰ ਜਦੋਂ ਦੀਪ ਸਿੱਧੂ ਦੀ ਅਚਾਨਕ ਮੌਤ ਹੋ ਜਾਂਦੀ ਆ, ਰੋਡ ਐਕਸੀਡੈਂਟ ਹੋ ਜਾਂਦਾ ਤੇ ਉਹ ਜਿਹੜਾ ਆ ਤਖਤਾ ਜਿਹੜਾ ਆ ਉਹ ਪਲਟਣਾ ਸ਼ੁਰੂ ਹੋ ਜਾਂਦਾ। ਤਾਂ ਜਿਹੜਾ ਅਮਰਗੜ੍ਹ ਤੋਂ ਖੜੇ ਸਿਮਰਨਜੀਤ ਸਿੰਘ ਮਾਨ, ਜਿਹਨੂੰ ਦੀਪ ਸਿੱਧੂ ਜਿਹੜਾ ਆ ਸਪੋਰਟ ਕਰਦਾ ਸੀਗਾ, ਤੇ ਉਹਨੂੰ ਜਿਹੜਾ ਆ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਆ ਕਾਫੀ ਦੁਨੀਆ ਨਿਤਰਨ ਲੱਗ ਗਈ। ਚਾਹੇ ਇਹ ਕਹਿ ਸਕਦੇ ਆ ਕਿ ਪਿਛਲੇ ਸਮੇਂ ਤੋਂ ਜਿਹੜਾ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਜਿਹੜਾ ਆ ਲੋਕੀ ਕਾਫੀ ਨਾਰਾਜ਼ ਸੀਗੇ, ਕਿਉਂਕਿ ਉਹਨਾਂ ਨੂੰ ਜਿਹੜਾ ਆ ਜਿਤਾਇਆ ਗਿਆ ਸੀਗਾ। ਉਹਨਾਂ ਨੇ ਜਦੋਂ ਪਾਰਲੀਮੈਂਟ ਦੇ ਵਿੱਚ ਆਪਣੀ ਕਿਰਪਾਨ ਦਾ ਮੁੱਦਾ ਲੈ ਕੇ ਮਤਲਬ ਉਹ ਉੱਥੇ ਨਹੀਂ ਗਏ, ਉਹਨਾਂ ਨੂੰ ਉੱਥੇ ਜਾਣ ਨਹੀਂ ਦਿੱਤਾ, ਕਿਉਂਕਿ ਕਿਸੇ ਨੂੰ ਵੀ ਜਿਹੜਾ ਆ ਪਾਰਲੀਮੈਂਟ ਦੇ ਅੰਦਰ ਜਿਹੜਾ ਵੈਪਨ ਲਿਜਾਣ ਦੀ ਜਿਹੜੀ ਆ ਆਗਿਆ ਨਹੀਂ ਸੀਗੀ। ਪਰ ਉਹਨਾਂ ਨੇ ਇੱਕ ਜਿਹੜੀ ਆ ਕਿਹਾ ਕਿ ਮੈਨੂੰ ਜਿਹੜਾ ਆਰਟੀਕਲ 25 ਜਿਹੜਾ ਇੰਡੀਅਨ ਕਨਸਟੀਟਿਊਸ਼ਨ ਆਰਟੀਕਲ 25 ਆ, ਉਹ ਮੈਨੂੰ ਜਿਹੜਾ ਆ ਇਹ ਹੱਕ ਦਿੰਦਾ ਆ ਕਿ ਮੈਂ ਕਿਰਪਾਨ ਪਾ ਕੇ ਤੇ ਜਾਂ ਆਪਣਾ ਸ਼ਸਤਰ ਜਿਹੜਾ ਕਿਰਪਾਨ ਜਿਹਨੂੰ ਮੈਂ ਸ਼੍ਰੀ ਸਾਹਿਬ ਕਹਿੰਦਾ ਆ, ਤਾਂ ਮੈਨੂੰ ਲੈ ਕੇ ਜਾਣ ਦੀ ਜਿਹੜੀ ਆਗਿਆ ਮੈਨੂੰ ਕੋਈ ਨਹੀਂ ਰੋਕ ਸਕਦਾ। ਤੇ ਫਿਰ ਇਹ ਲੋਕ ਮੈਨੂੰ ਕਿਵੇਂ ਰੋਕਦੇ ਨੇ? ਤਾਂ ਲੋਕਾਂ ਦੇ ਵਿੱਚ ਜਿਹੜਾ ਆ ਇਹਦਾ ਮੈਸੇਜ ਬਹੁਤ ਗਲਤ ਗਿਆ ਤੇ ਲੋਕਾਂ ਨੇ ਕਿਹਾ ਵੀ ਅਸੀਂ ਜਿਹੜਾ ਮਾਨ ਸਾਹਿਬ ਨੂੰ ਜਿਤਾਇਆ ਸੀਗਾ ਤੇ ਮਾਨ ਸਾਹਿਬ ਸਿਰਫ ਆਪਣੀ ਇੱਕ ਛੋਟੀ ਜਿਹੀ ਗਲਤੀ ਕਰਕੇ ਜਿਹੜਾ ਆ ਉਹ ਸੰਸਦ ਦੇ ਵਿੱਚ ਜਿਹੜਾ ਆ
ਉਹ ਉੱਥੇ ਨਹੀਂ ਗਏ ਤੇ ਸਾਡੀਆਂ ਜਿਹੜੀਆਂ ਵੋਟਾਂ ਉਹ ਖਰਾਬ ਹੋਈਆਂ। ਤੇ ਉਸੇ ਤਰ੍ਹਾਂ ਹੁਣ ਜੇ ਹੁਣ ਦੀ ਗੱਲ ਕਰੀਏ ਅਸੀਂ ਦੀਪ ਸਿੱਧੂ ਦੇ ਨਾਲ ਸੰਬੰਧਿਤ, ਚਾਹੇ ਉਹ ਭਾਵਨਾਤਮਕ ਗੱਲ ਕਰੀਏ, ਚਾਹੇ ਅਸੀਂ ਉਹ ਸਿਆਸੀ ਦੀ ਗੱਲ ਕਰੀਏ, ਚਾਹੇ ਅਸੀਂ ਜਿਹੜਾ ਆ ਵੋਟਾਂ ਦੇ ਰੁਝਾਨ ਦੀ ਗੱਲ ਕਰੀਏ, ਇਸ ਕਰਕੇ ਕਿਉਂਕਿ ਕਾਂਗਰਸ ਨੂੰ ਤਾਂ ਲੋਕੀ ਦੇਖ ਹੀ ਚੁੱਕੇ ਸਨ, ਕਿਉਂਕਿ 111 ਦਿਨਾਂ ਦੇ ਵਿੱਚ ਜਿਹੜਾ ਆ ਚਰਨਜੀਤ ਸਿੰਘ ਚੰਨੀ ਨੇ ਵੱਡੇ ਐਲਾਨ ਕੀਤੇ ਸੀਗੇ, ਉਹਨਾਂ ਦੇ ਵਿੱਚ ਜਿਹੜਾ ਅਮਲੀ ਜਾਮਾ ਜਿਹੜਾ ਉਹਨਾਂ ਨੂੰ ਲੋਕਾਂ ਨੂੰ ਪੈਂਦਾ ਨਹੀਂ ਦਿਖਿਆ। ਤੇ ਅਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ, ਉਹਨਾਂ ਨੇ ਪੰਜਾਬ ਮਾਡਲ ਦੀ ਗੱਲ ਕੀਤੀ ਆ। ਪੰਜਾਬ ਮਾਡਲ ਕਦੋਂ ਅਪਲਾਈ ਹੋਏਗਾ ਜਾਂ ਉਹਨਾਂ ਦੀ ਸਰਕਾਰ ਆਏਗੀ ਜਾਂ ਨਹੀਂ ਆਏਗੀ, ਉਹ ਤਾਂ ਕਹਿਣ ਦੀਆਂ ਗੱਲਾਂ ਨੇ। ਤੇ ਅਕਾਲੀ ਦਲ ਦੀ ਗੱਲ ਕਰੀਏ, ਅਕਾਲੀ ਦਲ ਦੇ ਵਿੱਚ ਜਿਵੇਂ ਨੀਲੇ ਕਾਰਡ ਬਣਵਾਏ ਗਏ ਸੀਗੇ ਤੇ ਜਿਹੜਾ ਆ ਕਿਸਾਨਾਂ ਨੂੰ ਜਿਹੜਾ ਆ ਬਿਜਲੀ ਫ੍ਰੀ ਦਿੱਤੀ ਗਈ ਸੀ, ਕੁਛ ਇਸ ਤਰ੍ਹਾਂ ਦੇ ਜਿਹੜੇ ਆ ਉਹਨਾਂ ਨੇ ਪਹਿਲੋਂ ਲਾਹੇ ਲਏ ਸੀਗੇ, ਉਹਨਾਂ ਨੂੰ ਯਾਦ ਕਰਕੇ ਜਿਹੜਾ ਆ ਕੁਛ ਕੁ ਲੋਕਾਂ ਨੇ ਅਕਾਲੀ ਦਲ ਨੂੰ ਵੋਟਾਂ ਪਾਈਆਂ। ਕਾਂਗਰਸ ਨੂੰ ਜਿਹੜਾ ਚਰਨਜੀਤ ਸਿੰਘ ਚੰਨੀ, ਚਾਹੇ ਉਹ ਕਹਿ ਦਈਏ ਕਿ ਜਾਤੀ ਧਰਮ ਦੇ ਨਾਂ ਦੇ ਸੰਬੰਧਿਤ ਕਿ ਉਹ ਦਲਿਤ ਪਰਿਵਾਰ ਚੋਂ ਨੇ, ਜਾਂ ਮਤਲਬ ਇਹ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਇਸ ਤਰ੍ਹਾਂ ਵਰਗਲਾਇਆ ਗਿਆ। ਤੀਸਰੀ ਜਿਹੜੀ ਪਾਰਟੀ ਆ ਧੜੱਲੇਦਾਰ ਜਿਹੜੀ, ਉਹ ਆਮ ਆਦਮੀ ਪਾਰਟੀ ਨਿਕਲੀ। ਆਮ ਆਦਮੀ ਪਾਰਟੀ ਨੇ ਜਿਹੜਾ ਆ ਲਗਾਤਾਰ ਲੋਕਾਂ ਨੂੰ ਇਹ ਕਿਹਾ ਕਿ ਅਸੀਂ ਇੱਕ ਬਦਲਾਵ ਲਿਆਵਾਂਗੇ। ਸਿਰਫ ਬਦਲਾਵ 'ਚ ਕੀ ਸੀਗਾ ਇਹ ਕਿਸੇ ਨੂੰ ਨਹੀਂ ਸੀ ਪਤਾ। ਰੋਹੀ ਜੀ ਤੁਸੀਂ ਵੀ ਦੇਖਿਆ ਹੋਣਾ, ਇੱਕ ਮੌਕਾ ਬਾਅਦ ਚ ਸੋਚਣਗੇ ਬਦਲਾਵ ਆਊਗਾ। ਹਾਂਜੀ ਬਿਲਕੁਲ ਜੀ, ਇੱਕ ਮੌਕਾ ਚਰਨਜੀਤ ਆਪਣਾ, ਇੱਕ ਮੌਕਾ ਜਿਹੜਾ ਆ ਕੇਜਰੀਵਾਲ ਨੂੰ, ਤੇ ਬਾਅਦ ਚੋਂ ਜਿਹੜਾ ਆ ਇਹ ਬਦਲਾਵ ਕੀ ਹੋਇਆ, ਪੋਸਟਰ ਹੀ ਬਦਲੇ ਨੇ। ਉਹਦੇ ਵਿੱਚ ਲਿਖ ਦਿੱਤਾ ਗਿਆ ਕਿ ਇੱਕ ਮੌਕਾ ਭਗਵੰਤ ਮਾਨ ਨੂੰ, ਜਦੋਂ ਪੰਜਾਬ ਦੇ ਲੋਕਾਂ ਨੇ ਜਿਹੜਾ ਆ ਲਗਾਤਾਰ ਇਸ ਦਾ ਵਿਰੋਧ ਕੀਤਾ ਕਿ ਸਾਨੂੰ ਜਿਹੜਾ ਸਾਡਾ ਸੀਐਮ ਭਗਵੰਤ ਮਾਨ ਚਾਹੀਦਾ, ਇਸ ਤਰ੍ਹਾਂ ਦਾ ਬਦਲਾਵ ਹੈ। ਤੇ ਜੇ ਅਸੀਂ ਗੱਲ ਕਰੀਏ ਕਿ ਹੁਣ ਕਾਂਗਰਸ ਪਾਰਟੀ ਜੇ ਸੱਤਾ ਛੱਡ ਕੇ ਜਾਂਦੀ ਹੈ, ਇਸ ਦੀ ਥਾਂ ਤੇ ਆਮ ਆਦਮੀ ਪਾਰਟੀ ਆਉਂਦੀ ਹੈ, ਤਾਂ ਸਾਡੇ ਵਿੱਤ ਮੰਤਰੀ ਜਿਹੜੇ ਆ ਮਨਪ੍ਰੀਤ ਬਾਦਲ ਜੀ, ਉਹ ਤਾਂ ਕਹਿ ਰਹੇ ਨੇ ਕਿ ਪੰਜਾਬ ਦਾ ਖਜ਼ਾਨਾ ਜਿਹੜਾ ਖਾਲੀ ਆ। ਤੇ ਫਿਰ ਆਮ ਆਦਮੀ ਪਾਰਟੀ ਕਿਵੇਂ ਜਿਹੜਾ ਆ ਇਸ ਦੇ ਵਿੱਚ ਜਿਹੜਾ ਆ ਬਦਲਾਵ ਲਿਆਏਗੀ, ਜਾਂ ਕਿਸ ਤਰ੍ਹਾਂ ਲੋਕਾਂ ਨੂੰ ਜਿਹੜੀ ਆ ਹਰ ਇੱਕ ਨੂੰ ਨੌਕਰੀ ਦੇਗੀ, ਹਰ ਇੱਕ ਨੂੰ ਜਿਹੜਾ ਆ ਐਲਾਨ ਕੀਤੇ ਨੇ 2-2 ਹਜ਼ਾਰ ਦੇ ਕੀਤੇ ਨੇ, ਚਾਹੇ ਉਹ ਸਕੂਲ ਦੀ ਸਿੱਖਿਆ ਦੀ ਗੱਲ ਕਰੀਏ, ਚਾਹੇ ਹੈਲਥ ਸੰਬੰਧੀ ਗੱਲ ਕਰੀਏ। ਕਿਉਂਕਿ ਪੰਜਾਬ ਤੇ ਦਿੱਲੀ ਦੇ ਵਿੱਚ ਜਿਹੜਾ ਆ ਕੰਮਕਾਰ ਦੇਖਣ ਦਾ ਨਜ਼ਰੀਆ ਜਿਹੜਾ ਮੈਂ ਛੋਟੇ ਸ਼ਬਦਾਂ ਦੇ ਵਿੱਚ ਕਹਾਂ ਕਿ ਉਹ ਬਹੁਤ ਅਲੱਗ ਹੈ। ਜਿਸ ਇੱਕ ਘਰ ਵੱਡਾ ਆ ਤਾਂ ਉਹਦੇ ਨਾਲ ਵਾਲਾ ਘਰ ਜਿਹੜਾ ਛੋਟਾ, ਉਸਦੇ ਪਰਿਵਾਰਕ ਮੈਂਬਰ ਵੀ ਛੋਟੇ ਹੋਣਗੇ, ਉਹਨਾਂ ਦੀਆਂ ਲੋੜਾਂ ਵੀ ਸੀਮਤ ਹੋਣਗੀਆਂ, ਉਹਨਾਂ ਦੇ ਖਾਣ ਦਾ ਤਰੀਕਾ, ਖਰਚਣ ਦਾ ਤਰੀਕਾ, ਰਹਿਣ ਦਾ ਤਰੀਕਾ ਅਲੱਗ ਹੋਏਗਾ। ਪਰ ਜਿਹੜੇ ਨਾਲ ਵਾਲੇ ਘਰ ਦੇ ਵਿੱਚ ਖੁੱਲ੍ਹਾ ਖਾਣ ਵਾਲੇ ਹੋਣਗੇ, ਖੁੱਲ੍ਹਾ ਪਹਿਨਣ ਵਾਲੇ ਹੋਣਗੇ, ਉਹਨਾਂ ਦੇ ਖਰਚੇ ਜ਼ਿਆਦਾ ਹੋਣਗੇ, ਉਹਨਾਂ ਦੀਆਂ ਮੁਸ਼ਕਿਲਾਂ ਜ਼ਿਆਦਾ ਹੋਣਗੀਆਂ। ਇਸ ਕਰਕੇ ਪੰਜਾਬ ਤੇ ਦਿੱਲੀ ਨੂੰ ਕੁਛ ਇਸ ਤਰ੍ਹਾਂ ਦਾ ਵੀ ਜਿਹੜਾ ਆ ਉਹ ਦੇਖਿਆ ਜਾ ਰਿਹਾ, ਕਿਉਂਕਿ ਹੁਣ 7 ਤਰੀਕ ਆ ਚੁੱਕੀ ਹੈ। 10 ਤਰੀਕ ਨੂੰ ਜਿਹੜਾ ਆ 10 ਮਾਰਚ ਨੂੰ ਜਿਹੜਾ ਆ ਕਹਿ ਸਕਦੇ ਆ ਕਿ ਆਪਾਂ ਵੋਟਾਂ ਦਾ ਜਿਹੜਾ ਆ ਜਿਹੜੀ ਵੋਟ ਤੁਸੀਂ ਪਾ ਕੇ ਆਏ ਹੋ ਉਹਦਾ ਜਿਹੜਾ ਆ ਐਲਾਨ ਹੋ ਜਾਣਾ ਆ। ਕਿਹੜੀ ਪਾਰਟੀ ਨਿੱਤਰ ਕੇ ਆਉਂਦੀ ਆ, ਕਿਹਨਾਂ ਨੂੰ ਜਿਹੜਾ ਲੋਕਾਂ ਨੇ ਵੱਧ ਪਿਆਰ ਦਿੱਤਾ, ਪੰਜਾਬ ਦੇ ਵਿੱਚ ਜਿਹੜਾ ਆ ਉਹਦਾ ਸੀਐਮ ਜਿਹੜਾ ਆ ਉਹ ਬਣੇਗਾ। ਤੇ ਦੂਸਰੀ ਗੱਲ, ਭੱਠਲ ਜੀ ਨੇ ਇਹ ਵੀ ਗੱਲ ਕਹੀ ਸੀ ਕਿ ਜਿਨ੍ਹਾਂ ਪਾਰਟੀਆਂ ਨਾਲ ਅਸੀਂ ਜਿਹੜਾ ਆ ਸਮਰਥਨ ਕਰਾਂਗੇ, ਜਾਂ ਸਾਡੀਆਂ ਪਾਰਟੀਆਂ ਜਿਨ੍ਹਾਂ ਦੇ ਨਾਲ, ਜਾਂ ਜਿਹੜੀਆਂ ਪਾਰਟੀਆਂ ਸਾਡੇ ਨਾਲ ਰਲਣਗੀਆਂ, ਜੇ ਉਹਨਾਂ ਪਾਰਟੀ ਦੀਆਂ ਸੀਟਾਂ ਵੱਧ ਹੋਣਗੀਆਂ ਤਾਂ ਸੀਐਮ ਦਾ ਚਿਹਰਾ ਵੀ ਉਹਨਾਂ ਦੇ ਮੁਤਾਬਿਕ ਹੀ ਜਿਹੜਾ ਆ ਉਹ ਐਲਾਨਿਆ ਜਾਏਗਾ। ਕੁਝ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਨੇ। ਤੇ ਹੁਣ ਅਸੀਂ ਗੱਲ ਕਰਦੇ ਹਾਂ ਬੀਜੇਪੀ ਦੀ। ਬੀਜੇਪੀ ਨੇ ਕੁਝ ਇਸ ਤਰ੍ਹਾਂ ਦਾ ਜਿਹੜਾ ਆ ਐਲਾਨ ਕੀਤਾ। ਉਹਨਾਂ ਨੇ 2024 ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ ਉਹਦਾ ਐਲਾਨ ਕਰ ਦਿੱਤਾ ਆ। ਉਹਦੇ ਵਿੱਚ ਜਿਹੜੀਆਂ ਉਹਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ, ਕਮਰ ਜਿਹੜੇ ਕੱਸੇ ਨੇ ਉਹ ਬੰਨ੍ਹ ਲਏ ਨੇ, ਤੇ ਉਹ ਜਿਹੜਾ ਆ 24 ਦੀਆਂ ਜਿਹੜੀਆਂ ਇਲੈਕਸ਼ਨਾਂ ਦੇ ਲਈ ਉਹ ਤਿਆਰ ਹੋ ਕੇ ਆਪਣੇ ਕੰਮਾਂ ਕਾਰਾਂ ਵਿੱਚ ਜੁੜ ਚੁੱਕੇ ਨੇ। ਕਹਿਣ ਤੋਂ ਭਾਵ ਇੱਕ ਉਹ ਵੀ ਆਪਣੀ ਜਿਹੜੀ ਆ ਫੋਕੀ ਪਿੱਠ ਜਿਹੜੀ ਆ ਉਹ ਥਪਥਪਾ ਰਹੇ ਨੇ ਕਿ ਜਿਹੜਾ ਆ ਸਾਨੂੰ ਜਿਹੜਾ ਚੋਣਾਂ ਦੇ ਵਿੱਚ ਜਿਹੜੀ ਆ ਜਿੱਤ ਹਾਸਲ ਹੋ ਹੀ ਜਾਣੀ ਹੈ, ਚਾਹੇ ਅਸੀਂ ਸਮਰਥਨ ਕਰਕੇ ਕਰੀਏ ਤੇ ਚਾਹੇ ਜਿਹੜਾ ਆ ਸਾਡੇ ਇੱਕ ਪਾਰਟੀ ਦੇ ਜਿਹੜਾ ਆ ਲੋਗੋ ਨੂੰ ਕਹਿ ਦਈਏ, ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕਹਿ ਲਈਏ, ਚਾਹੇ ਉਹ ਕੈਪਟਨ ਸਾਹਿਬ ਨੂੰ ਕਹਿ ਲਈਏ, ਜਿਹੜਾ ਕਿ ਪਿਛਲੇ ਸਮੇਂ ਦੇ ਵਿੱਚ ਲੋਕਾਂ ਦੇ ਨਾਲ, ਪੰਜਾਬ ਦੀ ਜਨਤਾ ਦੇ ਨਾਲ ਜਿਹੜਾ ਆ ਝੂਠੀ ਸਹੁੰ ਦਾ ਵਾਅਦਾ ਕਰਕੇ ਜਿਹੜਾ ਆ ਆਪਣੀ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਦੇ ਵਿੱਚ ਜਾ ਕੇ ਜਿਹੜੇ ਆ ਲੁਭਾਵਣੇ ਸੁਪਨੇ ਦਿਖਾ ਰਹੇ ਨੇ। ਕੁਛ ਇਸ ਤਰ੍ਹਾਂ ਦਾ ਜਿਹੜਾ ਆ ਲਗਾਤਾਰ ਪੰਜਾਬ ਦਾ ਜਿਹੜਾ ਮਾਹੌਲ ਬਣਿਆ ਹੋਇਆ ਆ। ਤੇ ਇਹ ਹੁਣ 10 ਮਾਰਚ ਨੂੰ ਪਤਾ ਲੱਗੇਗਾ ਕਿ ਪੰਜਾਬ ਦੀ ਜਨਤਾ ਨੇ ਕਿਸ ਪਾਰਟੀਆਂ ਨੂੰ ਜਿਹੜਾ ਆ ਜ਼ਿਆਦਾ ਪਿਆਰ ਦਿੱਤਾ ਆ, ਜ਼ਿਆਦਾ ਜਿਹੜਾ ਆ ਉਸ ਨੂੰ ਪੰਜਾਬ ਦੇ ਵਿੱਚ ਸੱਤਾ ਲਿਆਉਣ ਦੇ ਲਈ ਜਿਹੜਾ ਆ ਕਾਬਲ ਕਰਨ ਲਈ ਆਪਣਾ ਜਿਹੜਾ ਆ ਦਿਨ ਰਾਤ ਜਿਹੜੀ ਆ ਉਹ ਇੱਕ ਕੀਤੀ ਸੀ ਜੀ। ਤੇ ਹੁਣ ਹੈਡਲਾਈਨਸ ਵੱਲਵਾਦੇ ਆ। ਪਹਿਲੀ ਹੈਡਲਾਈਨ ਹੈ ਕਿ ਰੂਸ ਨੇ ਪੂਰੇ ਯੂਕਰੇਨ ਵਿੱਚ ਕੀਤਾ ਯੁੱਧਬੰਦੀ ਦਾ ਐਲਾਨ, ਲੋਕਾਂ ਨੂੰ ਕੱਢਣ ਲਈ ਬਣਾਇਆ ਜਾਵੇਗਾ ਹਿਊਮਨ ਕੋਰੀਡੋਰ।
ਜੰਗ 'ਚ ਚੱਲੀਆਂ 3 ਗੋਲੀਆਂ, ਜ਼ਖਮੀ ਹਰਜੋਤ ਸਿੰਘ ਨੂੰ ਯੂਕਰੇਨ ਤੋਂ ਬਾਹਰ ਕੱਢਿਆ, ਵਤਨ ਵਾਪਸੀ। ਯੂਕਰੇਨ ਵਿੱਚ ਭਾਰਤ ਦੂਤਾਵਾਸ ਵੱਲੋਂ ਨਵੀਂ ਐਡਵਾਈਜ਼ਰੀ ਜਾਰੀ, ਕਿਹਾ ਤੁਰੰਤ ਆਨਲਾਈਨ ਫਾਰਮ ਭਰੋ। ਅੰਮ੍ਰਿਤਸਰ BSF ਕੈਂਪ ਵਿੱਚ ਅੰਨ੍ਹੇਵਾਹ ਫਾਇਰਿੰਗ, 5 ਜਵਾਨਾਂ ਦੀ ਮੌਤ, 2 ਜ਼ਖਮੀ। ਕੈਪਟਨ ਦੀ ਪਾਰਟੀ ਦਾ ਦਾਅਵਾ, ਤਿਆਰ ਰਹੋ, ਸਿਸਵਾ ਫਾਰਮ ਹਾਊਸ ਤੋਂ ਚੱਲੇਗਾ ਸਿਆਸੀ ਸ਼ੋਅ। ਚੋਣ ਨਤੀਜੇ ਚੋਂ ਜਿਹੜਾ ਆ ਹੋਣ ਤੇ ਭਾਜਪਾ ਨੇ ਪੰਜਾਬ ਲਈ ਬਣਾਇਆ ਹੋਇਆ ਹੈ ਇਹ ਗੇਮ ਪਲਾਨ। ਆਪ ਦੇ ਹੱਕ ਵਿੱਚ ਫਤਵਾ ਜਾਰੀ ਕਰ ਚੁੱਕੇ ਹਨ ਪੰਜਾਬ ਦੇ ਲੋਕ, 10 ਮਾਰਚ ਨੂੰ ਐਲਾਨ ਹੋਣਾ ਬਾਕੀ। ਹਰਪਾਲ ਸਿੰਘ ਚੀਮਾ। ਸਿੱਖਿਆ ਮਾਫੀਆਂ ਕਰਨ ਵਿਦਿਆਰਥੀ ਘਰ ਦੇ ਦੇਸ਼ ਛੱਡ ਕੇ ਵਿਦੇਸ਼ਾਂ 'ਚ ਪੜ੍ਹਨ ਲਈ ਮਜਬੂਰ, ਭਗਵੰਤ ਮਾਨ। ਜੀ, ਤੇ ਜਿਹੜੀ ਪਹਿਲੀ ਖਬਰ ਹੈ ਯੂਕਰੇਨ ਬਾਰੇ ਜੋ ਅਸੀਂ ਗੱਲ ਕਰ ਰਹੇ ਸੀਗੇ। ਹਾਂਜੀ ਬਿਲਕੁਲ ਜੀ, ਕਿ ਰੂਸ ਨੇ ਪੂਰੀ ਯੂਕਰੇਨ ਵਿੱਚ ਯੁੱਧਬੰਦੀ ਦਾ ਐਲਾਨ ਕਰਤਾ, ਲੋਕਾਂ ਨੂੰ ਕੱਢਣ ਲਈ ਹਿਊਮਨ ਕੋਰੀਡੋਰ ਬਣਾਇਆ ਜਾ ਰਿਹਾ ਹੈ। ਬਿਲਕੁਲ ਜੀ ਬਿਲਕੁਲ। ਰੂਸ ਤੇ ਯੂਕਰੇਨ ਵਿਚਕਾਰ 12 ਦਿਨਾਂ ਤੋਂ ਜੰਗ ਜਾਰੀ ਹੈ। ਰੂਸ ਨੇ ਸੋਮਵਾਰ ਨੂੰ ਕੁਝ ਘੰਟਿਆਂ ਲਈ ਪੂਰੇ ਯੂਕਰੇਨ ਵਿੱਚ ਜੰਗਬੰਦੀ ਦਾ ਐਲਾਨ ਕੀਤਾ ਹੈ। ਸਪੁਟਨਿਕ ਦੀ ਰਿਪੋਰਟ ਮੁਤਾਬਕ ਇਹ ਜੰਗਬੰਦੀ 12:30 ਵਜੇ ਸ਼ੁਰੂ ਹੋਵੇਗੀ ਤੇ ਇਸ ਦੌਰਾਨ ਜੰਗ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਮਾਨਵਤਾਵਾਦੀ ਗਲਿਆਰਾ ਬਣਾਇਆ ਜਾਵੇਗਾ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਦੀ ਅਪੀਲ ਤੇ ਰੂਸ ਨੇ ਜੰਗਬੰਦੀ ਦਾ ਐਲਾਨ ਕੀਤਾ ਹੈ। ਜੀ ਬਿਲਕੁਲ ਜੀ, ਰੂਸ ਅਤੇ ਯੂਕਰੇਨ ਵਿਚਕਾਰ 12 ਦਿਨਾਂ ਤੋਂ ਜੰਗ ਜਾਰੀ ਹੈ। ਰੂਸ ਨੇ ਸੋਮਵਾਰ ਨੂੰ ਕੁਝ ਘੰਟਿਆਂ ਲਈ ਪੂਰੇ ਯੂਕਰੇਨ ਵਿੱਚ ਜੰਗਬੰਦੀ ਜਿਹੜੀ ਆ ਉਹ ਕੀਤੀ ਹੋਈ ਹੈ। ਇਸ ਤਰ੍ਹਾਂ ਦਾ ਜਿਹੜਾ ਆ ਕੁਝ ਮਾਹੌਲ ਉੱਥੇ ਦਾ ਬਣਿਆ ਹੋਇਆ ਹੈ, ਜਿਹੜਾ 12:30 ਤੇ ਜਿਹੜੀ ਆ ਉਹ ਸ਼ੁਰੂ ਵੀ ਹੋਣੀ ਹੈ ਤੇ ਇਸ ਤਰ੍ਹਾਂ ਦਾ ਕੁਝ ਜਿਹੜਾ ਆ ਉਹ ਦੱਸਿਆ ਜਾ ਰਿਹਾ ਹੈ। ਤੇ ਦੇਸ਼ ਦੇ ਜਿਹੜੇ ਰਾਸ਼ਟਰਪਤੀ ਜਿਹੜੇ ਆ ਇਮੈਨੂਅਲ ਜਿਹੜੇ ਆ ਮੈਕਰੋਨ ਹੈ, ਉਹਨਾਂ ਦਾ ਵੀ ਜਿਹੜਾ ਆ ਕੁਝ ਇਸ ਤਰ੍ਹਾਂ ਦਾ ਬਿਆਨ ਜਿਹੜਾ ਆ ਉਹ ਲਗਾਤਾਰ ਜਿਹੜਾ ਆ ਉਹ ਸਾਹਮਣੇ ਆ ਰਿਹਾ ਹੈ। ਤੇ ਦੂਜੀ ਵਾਰ ਹੈ ਕਿ ਜਦੋਂ ਰੂਸ ਨੇ ਯੂਕਰੇਨ ਵਿੱਚ ਜੰਗਬੰਦੀ ਦਾ ਐਲਾਨ ਕੀਤਾ ਤੇ ਇਸ ਤੋਂ ਪਹਿਲਾਂ ਜਿਹੜਾ ਸ਼ਹਿਰਾਂ ਵਿੱਚ 6 ਘੰਟੇ ਲਈ ਜੰਗਬੰਦੀ ਜਿਹੜੀ ਆ ਕੀਤੀ ਗਈ ਹੈ। ਇਸ ਦੌਰਾਨ ਭਾਰਤੀ ਨਾਗਰਿਕਾਂ ਨੂੰ ਉੱਥੋਂ ਜਾਣ ਦਾ ਰਸਤਾ ਦਿੱਤਾ ਗਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸਵੇਰੇ ਰੂਸ ਨੇ ਯੂਕਰੇਨ ਦੇ ਸ਼ਹਿਰ ਖਾਰਕਿਵ ਵਿੱਚ ਰਿਹਾਇਸ਼ੀ ਇਮਾਰਤਾਂ ਨੂੰ ਜਿਹੜਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਹਾਲਾਂਕਿ ਲੋਕਾਂ ਨੂੰ ਪਹਿਲਾਂ ਹੀ ਬੰਕਰਾਂ ਸਮੇਤ ਸੁਰੱਖਿਅਤ ਥਾਵਾਂ ਤੇ ਜਿਹੜਾ ਆ ਪਹੁੰਚਾਉਣ ਦੀ ਜਿਹੜੀ ਆ ਸਲਾਹ ਦਿੱਤੀ ਗਈ ਸੀ, ਪਹੁੰਚ ਜਾਣ ਦੀ ਸਲਾਹ ਦਿੱਤੀ ਗਈ ਸੀ ਜਾਂ ਉਹਨਾਂ ਨੂੰ ਪਹੁੰਚਾਇਆ ਗਿਆ ਸੀ, ਪਰ ਫਿਰ ਵੀ ਕੁਝ ਲੋਕਾਂ ਦਾ ਉੱਥੇ ਹੀ ਫਸੇ ਹੋਣ ਦਾ ਜਿਹੜਾ ਆ ਖਦਸ਼ਾ ਉਹ ਸਾਹਮਣੇ ਆ ਰਿਹਾ ਹੈ। ਜੀ, ਦੂਜੇ ਪਾਸੇ ਯੂਕਰੇਨ ਨੇ ਰੂਸ ਦੇ ਕਈ ਟੈਂਕਾਂ ਨੂੰ ਤਬਾਹ ਕਰਨ ਦਾ ਦਾਅਵਾ ਵੀ ਕੀਤਾ ਹੈ। ਜੀ, ਤੇ ਬਿਲਕੁਲ ਅਗਲੀ ਖਬਰ ਹੈ ਕਿ ਜੰਗ ਵਿੱਚ ਲੱਗੀਆਂ 3 ਗੋਲੀਆਂ, ਜ਼ਖਮੀ ਹਰਜੋਤ ਸਿੰਘ ਨੂੰ ਯੂਕਰੇਨ ਤੋਂ ਬਾਹਰ ਕੱਢਿਆ, ਵਤਨ ਵਾਪਸੀ ਹੋਈ ਉਸਦੀ। ਦਿੱਲੀ ਦੇ ਛਤਰਪੁਰ ਇਲਾਕੇ ਦੇ ਰਹਿਣ ਵਾਲੇ ਹਰਜੋਤ ਨੂੰ ਯੂਕਰੇਨ ਦੇ ਲਵੀਵ ਖੇਤਰ ਵਿੱਚ ਪਹੁੰਚਣ ਦੀ ਕੋਸ਼ਿਸ਼ ਦੌਰਾਨ ਇੱਕ ਤੋਂ ਬਾਅਦ ਇੱਕ 3 ਗੋਲੀਆਂ ਲੱਗੀਆਂ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਪਰ ਹੁਣ ਉਹ ਠੀਕ ਹੋ ਗਿਆ ਤੇ ਆਪਣੇ ਵਤਨ ਪਰਤ ਰਿਹਾ ਹੈ। ਜੀ ਬਿਲਕੁਲ ਜੀ, ਕਈ ਤਰ੍ਹਾਂ ਦੇ ਜਿਹੜੇ ਇਸ ਤਰ੍ਹਾਂ ਦੇ ਉੱਥੇ ਜਿਹੜੇ ਸਾਡੇ ਭਾਰਤੀ ਜਿਹੜੇ ਉੱਥੇ ਫਸੇ ਹੋਏ ਨੇ, ਪਰ ਇੱਕ ਬੜੀ ਦੁੱਖ ਦੀ ਗੱਲ ਹੈ ਕਿ ਜਦੋਂ ਜਿਹੜੇ ਨੇ ਉੱਥੋਂ ਭਾਰਤੀ ਨਾਗਰਿਕ ਜਿਹੜੇ ਆਏ ਨੇ ਤੇ ਉਸ ਦੇ ਜਿਹੜਾ ਜਹਾਜ਼ ਦੇ ਵਿੱਚ ਹੈ ਉਹ ਇਸ ਤਰ੍ਹਾਂ ਦਾ ਭਾਸ਼ਣ ਕੀਤਾ ਗਿਆ ਕਿ ਜੇ ਮੋਦੀ ਜੀ ਨਾ ਹੁੰਦੇ ਤਾਂ ਸ਼ਾਇਦ ਤੁਸੀਂ ਆਪਣੀ ਜਾਨ ਤੋਂ ਹੱਥ ਧੋ ਦਿੰਦੇ। ਤੇ ਇਸ ਤਰ੍ਹਾਂ ਦੀਆਂ ਗੱਲਾਂ ਵੀ ਜਿਹੜੀਆਂ ਸਾਹਮਣੇ ਆ ਰਹੀਆਂ ਆ ਤੇ ਇੱਥੇ ਆ ਕੇ ਕਈ ਜਿਹੜਾ ਆ ਜਿਹੜੇ ਵਿਦਿਆਰਥੀਆਂ ਨੇ ਇਹ ਜਿਹੜਾ ਖੁਲਾਸਾ ਕੀਤਾ ਆ ਕਿ ਉਹਨਾਂ ਤੋਂ ਜਿਹੜਾ ਆ ਮੋਦੀ ਜ਼ਿੰਦਾਬਾਦ ਦੇ ਜਿਹੜੇ ਨੇ ਉਹ ਨਾਅਰੇ ਵੀ ਲਗਾਏ ਗਏ ਨੇ। ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੂਰਾ ਜਿਹੜਾ ਆ ਉਹ ਜਿਹੜਾ ਆ ਹੱਕ ਹੁੰਦਾ ਆ, ਉਹਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਆ ਕਿ ਆਪਣੇ ਦੇਸ਼ ਦੇ ਜਨਤਾ ਬਾਰੇ ਜਾਂ ਦੇਸ਼ ਦੇ ਲੋਕਾਂ ਬਾਰੇ ਉਹ ਹਰ ਇੱਕ ਸੇਵਾ ਲਈ ਵਚਨਬੱਧ ਹੋਣਾ ਚਾਹੀਦਾ ਆ। ਪਰ ਇਹ ਨਹੀਂ ਹੈਗਾ ਕਿ ਜੇ ਕੋਈ ਸੇਵਾ ਕਰਦੇ ਆ ਤਾਂ ਉਸ ਦਾ ਜਿਹੜਾ ਆ ਅਹਿਸਾਨ ਜਿਹੜਾ ਆ ਉਹਨਾਂ ਤੇ ਜਤਾਇਆ ਜਾਵੇ। ਜੀ, ਸੰਗਤ ਲਾਈਵ 'ਚ ਤੁਹਾਡਾ ਸਵਾਗਤ, ਆਪਣਾ ਨਾਮ ਦੱਸੋ ਜੀ। ਹੈ ਜੀ, ਮੇਰਾ ਨਾਮ ਬਹਾਦਰ ਸਿੰਘ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਕਹਿੰਦਾ ਗੁੱਡੀ ਤੇ ਭਾਈ ਸਾਹਿਬ ਮੈਂ ਛੋਟੀ ਜਿਹੀ ਗੱਲ ਕਹਿਣੀ ਹੈ ਸ੍ਰੀ ਸਾਹਿਬ ਪਾਉਣ ਬਾਰੇ, ਹੈ ਨਾ, ਕਿਉਂਕਿ ਇੱਥੇ ਕਹਿੰਦਾ ਥੋੜੇ ਜਿਹੇ ਇਸ਼ੂ ਹੋ ਰਹੇ ਇੰਗਲੈਂਡ ਦੇ ਵਿੱਚ, ਇੰਡੀਆ 'ਚ ਵੀ ਆ ਰਹੇ ਆ, ਕਈ ਆਪਾਂ ਨੂੰ ਪਾਉਣ ਨਹੀਂ ਦਿੰਦੇ, ਕਈ ਦਫ਼ਤਰ ਨਹੀਂ ਜਾ ਸਕਦਾ, ਨਹੀਂ ਜਾ ਸਕਦਾ। ਤੇ ਦੇਖੇ ਮੈਂ ਕਹਿੰਦਾ ਕਾਫੀ ਵੱਡੀ ਕੰਪਨੀ 'ਚ ਕਰਦਾ, ਮੈਨੂੰ ਕਿਸੇ ਨੇ ਰੋਕਿਆ ਨੀਗਾ, ਹੈ ਨਾ, ਬਈ ਪਾ ਨਹੀਂ ਸਕਦਾ। ਤੇ ਮੈਨੂੰ ਤਾਂ ਸਮਝ ਆਦਰ ਮਾਣ ਕਰਦੇ ਆ ਕਈ ਕਹਿੰਦਾ ਮੁੰਡੇ ਉੱਥੇ ਸਾਡੇ ਵੀ, ਮੈਨੂੰ ਮੈਨੇਜਮੈਂਟ ਨੇ ਦੱਸਿਆ ਉਹ ਵੱਡਾ ਸਾਰਾ ਪਾ ਕੇ ਚਲੇ ਜਾਂਦੇ ਆ ਤੇ ਨਾਲੇ ਸ਼ੋਅ ਕਰਕੇ ਖੋਲ ਕੇ ਉਹਨਾਂ ਨੂੰ ਕਹਿੰਦਾ ਇੱਕ ਆਪਾਂ ਨੂੰ ਕਹਿੰਦਾ ਜੇ ਕੋਈ ਸੁਣਦੇ ਆ ਤੇ ਮੈਂ ਉਹਨਾਂ ਨੂੰ ਮੈਂ ਕਿਹਾ ਮੈਂ ਸਮਝਾਊਂਗਾ ਬਈ ਇਹ ਸ਼ੋਅ ਲਈ ਨੀਗਾ, ਬਈ ਆਪਣੇ ਇਹ ਗੁਰੂਆਂ ਨੇ ਬਖਸ਼ ਕੀਤੀ ਹੋਈ ਹੈ ਨਾ, ਬਈ ਬੜੇ ਨਾ ਪਾ ਕੇ ਜਾਓ, ਐ ਕਨਾਇਆ ਨਾ ਕਰਕੇ ਜਾਓ। ਦੇਖੋ ਕੰਪਨੀ ਵਾਲੇ ਕਹਿੰਦਾ ਉਹ ਸਮਝਦੇ ਆ, ਹੈ ਨਾ। ਇੱਕ ਦਿਨ ਮੈਂ ਕਹਿੰਦਾ ਇੱਕ ਮੀਟਿੰਗ ਦੇ ਵਿੱਚ ਗਿਆ, ਕਾਫੀ ਮੁਲਕਾਂ ਤੋਂ ਆਏ ਹੋਏ ਸੀਗੇ, ਜੋ ਦੂਜਾ ਮੈਨੂੰ ਸਿਕਿਉਰਿਟੀ ਵਾਲਾ ਭੱਜਿਆ, ਕਹਿੰਦਾ ਯੂ ਕਾਂਟ ਵੇਅਰ ਅ ਨਾਈਫ।
ਉਹ ਭੱਜਿਆ ਆਇਆ ਗੋਰਾ ਇੱਕ ਮੈਨੇਜਮੈਂਟ ਹੈ, ਉਹ ਕਹਿੰਦਾ ਨੋ ਉਹਨੇ ਫੋਨ ਫੜ ਲਿਆ, ਕਹਿੰਦਾ ਪਲੀਜ਼, ਕਹਿੰਦਾ ਕਮ ਐਟ ਦ ਬੈਕ। ਉਹਨੂੰ ਸਮਝਾਇਆ, ਕਹਿੰਦਾ ਨਾਈਫ ਨੀਗਾ, ਕਹਿੰਦਾ ਦਿਸ ਇਜ਼ ਅ ਕਿਰਪਾਨ, ਹੈਗਾ ਨਾ, ਕਹਿੰਦਾ ਓਬਵੀਅਸਲੀ ਤੈਨੂੰ ਐਜੂਕੇਟ ਨਹੀਂ ਕੀਤਾ ਹੋਇਆ, ਤੇ ਆਪਣਾ ਆਦਰ ਮਾਣ ਕਰਦੇ ਆ ਪਰ ਆਪਾਂ ਅਬਿਊਜ਼ ਨਾ ਕਰੋ, ਹੈਗਾ ਨਾ ਜੀ। ਦੇਖਦੇ ਮੈਂ ਕਹਿੰਦਾ ਮੈਂ ਪਹਿਲਾਂ ਮੈਂ ਕਿਹਾ ਮੈਂ ਥੱਲੇ ਦੀ ਪਾਲੂਗਾ, ਹੈਗਾ ਨਾ, ਤੇ ਮੈਨੂੰ ਆਦਰ ਮਾਣ ਕਰਕੇ ਉਹ ਕਹਿੰਦੇ ਨਹੀਂ ਤੂੰ ਉੱਤੋਂ ਦੀ ਪਾਉਣਾ ਹੈਗਾ ਨਾ। ਆਪਣਾ ਕਹਿੰਦਾ ਆਪਾਂ ਨਿਸ਼ਕਾਮ ਸਾਹਿਬ ਤੇ ਇੱਥੋਂ ਲਿਆ, ਆਪਣਾ ਬਾਲਾ ਵੱਡਾ ਨੀਗਾ, ਜਦੋਂ ਆਪਾਂ ਨੂੰ ਇੱਥੇ ਅੰਮ੍ਰਿਤ ਛਕਿਆ ਸੀਗਾ, ਬਾਲਾ ਵੱਡਾ ਨਹੀਂ ਆਪਾਂ ਕਹਿੰਦਾ ਆਪਾਂ, ਮੈਂ ਕਹਿੰਦਾ ਇੰਨਾ ਕਹਿਣਾ ਚਾਹੁੰਦਾ ਵੀ ਜਿੰਨੇ ਸੁਣਦੇ ਆ, ਠੀਕ ਹੈ ਜੀ, ਇਹ ਸ਼ੋਅ ਲਈ ਨੀਗਾ, ਇਹ ਆਪਾਂ ਤੌਰ ਕੱਢਣ ਲਈ ਨੀਗਾ, ਹੈਗਾ ਨਾ, ਇਹ ਗੁਰੂ ਦੀ ਬਖਸ਼ ਹੈ ਬਈ। ਇਹ ਮੈਂ ਉਹਨਾਂ ਨੂੰ ਕਹਿਤਾ, ਮੈਂ ਜਦੋਂ ਸਮਝਾਇਆ ਇੱਕ ਦਿਨ ਮੈਂ ਉੱਤੇ ਕਹਿੰਦਾ ਠੀਕ ਹੈ ਜੀ ਕਰ ਰਿਹਾ ਸੀਗਾ ਆਪਦਾ ਸਪੀਚ, ਮੈਂ ਕਿਹਾ ਮੈਂ ਤੋਂ ਬਗੈਰ ਰਹਿ ਨਹੀਂ ਸਕਦਾ, ਠੀਕ ਹੈ ਜੀ, ਮੈਨੂੰ ਦੱਸ ਦਿਓ। ਠੀਕ ਹੈ ਜੀ ਪਾਲ ਸਾਹਿਬ, ਸਾਡੇ ਕੋਲ ਸਮਾਂ ਸੀਮਤ ਹੈ ਜੀ, ਸੌਰੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਜੇ ਅਸੀਂ ਗੱਲ ਕਰੀਏ ਸ਼੍ਰੀ ਸਾਹਿਬ ਵੇਅਰ ਦੀ ਸਾਨੂੰ ਕਿਸ ਤਰ੍ਹਾਂ ਪਾਣੀ ਚਾਹੀਦੀ ਹੈ, ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਫਰਮਾਨ ਹੈ ਕਿ ਜੋ ਤੋ ਕਰੋ ਵਿਪਰਨ ਕੀ ਰੀਤ ਤੋ ਨਾ ਕਰੋ ਇਨਕੀ ਪ੍ਰਤੀਤ, ਤਾਂ ਮੈਂ ਇਹਨਾਂ ਦੀ ਪ੍ਰਤੀਤ ਨਹੀਂ ਕਰਦਾ। ਸ਼੍ਰੀ ਸਾਹਿਬ ਜਿਹੜੀ ਆ ਹਮੇਸ਼ਾ ਉੱਪਰ ਦੀ ਪਾਣੀ ਚਾਹੀਦੀ ਹੈ, ਵੱਡੀ ਛੋਟੀ ਆ ਜਿਹੜੀ ਆ ਉਹ ਰਹਿਤ ਮਰਿਆਦਾ ਦੇ ਅਨੁਸਾਰ ਜਿਹੜੀ ਆ ਇੱਕ ਕੌਰ ਨੂੰ ਜਿਹੜੀ ਆ ਉਹ 7 ਜਿਹੜੀ ਆ ਫੁੱਟੀ ਜਿਹੜੀ ਆ ਉਹ ਜਿਹੜੀ ਆ ਸ਼੍ਰੀ ਸਾਹਿਬ ਜੀ ਨੂੰ ਕਿਰਪਾਨ ਕਹਿੰਦੇ ਨੇ, ਜਾਂ ਮਤਲਬ ਜਿਹੜੀ ਆ ਸ਼੍ਰੀ ਸਾਹਿਬ ਜੀ ਨੂੰ ਗਾਤਰਾ ਕਹਿੰਦੇ ਆਪਾਂ, ਗਾਤਰਾ ਸਾਹਿਬ ਜਿਹੜਾ ਆ ਉਹ 7 ਇੰਚ ਦਾ ਤੇ 9 ਇੰਚ ਦਾ ਜਿਹੜਾ ਆ ਉਹ ਸਿੰਘਾਂ ਨੂੰ ਯਾਨੀ ਕਿ ਸਿੰਘ ਨੂੰ ਜਿਹੜਾ ਆ ਵੇਅਰ ਕਰਨਾ ਚਾਹੀਦਾ। ਜੇ ਕਿਰਪਾਨ ਦੀ ਗੱਲ ਕਰੀਏ ਤਾਂ ਉਹ ਜਿਹੜੀ ਆ 9 ਫੁੱਟ ਦੀ ਜਿਹੜੀ ਆਪਣੇ ਨਾਲ ਜਿਹੜਾ ਆ ਸ਼ਸਤਰ ਉਹ ਰੱਖਣਾ ਚਾਹੀਦਾ ਆ, ਇਹ ਜ਼ਰੂਰੀ ਹੋਣਾ ਚਾਹੀਦਾ। ਅਸੀਂ ਉਹਨਾਂ ਨੂੰ ਐਜੂਕੇਟ ਕਰੀਏ, ਇਹ ਨਹੀਂ ਹੈ ਕਿ ਜਿਹੜਾ ਆ ਵੀ ਅਸੀਂ ਇਹ ਸਮਝ ਲਈਏ ਕਿ ਜੇ ਸਾਨੂੰ ਉੱਥੇ ਮਨਾਈ ਆ ਤਾਂ ਅਸੀਂ ਵੀ ਜਿਹੜਾ ਆ ਲੁਕੋ ਕੇ ਪਾਈਏ। ਸਾਡੀ ਗੁਰੂ ਦੀ ਨਿਸ਼ਾਨੀ ਹੈ, ਇਹ ਸਾਡੇ ਜਿਹੜੇ ਸਿੱਖ ਹੋਣ ਦਾ ਜਿਹੜਾ ਆ ਇਹ ਬਿਲਕੁਲ ਇਹ ਚਿੰਨ੍ਹ ਹੈ, ਤੇ ਸਾਨੂੰ ਇਸ ਬਾਰੇ ਸ਼ਰਮ ਨਹੀਂ ਕਰਨੀ ਚਾਹੀਦੀ, ਲੋਕਾਂ ਨੂੰ ਐਜੂਕੇਟ ਕਰਨਾ ਚਾਹੀਦਾ ਹੈ। ਤੇ ਇਹ ਸੀ ਅੱਜ ਦਾ ਸਾਡਾ ਪ੍ਰੋਗਰਾਮ, ਤੇ ਅੱਜ ਦਾ ਜੋ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ ਸਾਨੂੰ ਜ਼ਰੂਰ ਦੱਸਿਓ। ਤੇ ਹੁਣ ਮੈਂ ਇਜਾਜ਼ਤ ਲੈਣਾ ਆ, ਰੂਹੀ ਗਰੋਵਰ ਜੀ ਤੇ ਗਗਨਦੀਪ ਸਿੰਘ ਅਨੰਦਪੁਰੀ ਨੂੰ ਦਿਓ ਇਜਾਜ਼ਤ। ਉਦੋਂ ਤੱਕ ਸਤਿ ਸ਼੍ਰੀ ਅਕਾਲ।